हेलो गाइस, वेलकम टू करियर एज। राजे ਤੁਹਾਨੂੰ ਪਤਾ ਹੈ ਸਬ ਇੰਸਪੈਕਟਰ ਦੀਆਂ ਪੋਸਟਾਂ ਆਊਟ ਹੋ ਚੁੱਕੀਆਂ ਨੇਗੀਆਂ, ਜਲਦ ਹੀ ਫਾਰਮ ਆਊਟ ਹੋ ਜਾਣਗੇ। ਠੀਕ ਹੈ, ਤੇ ਉਸ ਦੇ ਰਿਗਾਰਡਿੰਗ ਰਾਜੇ ਇਹ ਵੀਡੀਓ ਹੈਗੀ ਅੱਜ ਦੀ। ਆਪਾਂ ਰਾਜੇ ਕਰਾਂਗੇ ਅੱਜ MCQs ਕਰਾਂਗੇ ਕੁਝ ਜਿਹੜੇ ਕਿ ਸਪੈਸੀਫਿਕਲੀ ਸਬ ਇੰਸਪੈਕਟਰ ਨੂੰ ਫੋਕਸ ਕਰਨਗੇ। ਜਿਹੜੇ ਰਾਜੇ ਪਹਿਲਾਂ ਅਸੀਂ ਵੀਡੀਓ ਕੋਰਸ ਲੈ ਕੇ ਆਏ ਸੀਗੇ, ਠੀਕ ਹੈ, ਜਿਹਦੇ ਵਿੱਚ 5-6 ਵੀਡੀਓਜ਼ ਤੁਹਾਨੂੰ ਮਿਲੀਆਂ ਸੀਗੀਆਂ ਹਰ ਸਬਜੈਕਟਸ ਦੀਆਂ। ਉਹਦੇ ਵਿੱਚ ਆਪਾਂ ਕਾਂਸਟੇਬਲ ਬਾਰੇ ਗੱਲ ਕਰਦੇ ਸੀਗੇ, ਠੀਕ ਹੈ, ਕਾਂਸਟੇਬਲ ਲੈਵਲ ਦੇ ਜੋ ਐਗਜ਼ਾਮ ਦੇ ਵਿੱਚ ਕੁਐਸਚਨ ਆਉਣੇ ਨੇਗੇ। ਠੀਕ ਹੈ, ਹੁਣ ਰਾਜੇ ਜਿਹੜਾ ਕਿ ਇਹ ਵਾਲੀ ਵੀਡੀਓ ਹੈਗੀ, ਕਰੰਟ ਵੀਡੀਓ ਹੈਗੀ, ਇਹਦੇ ਵਿੱਚ ਆਪਾਂ ਸਪੈਸੀਫਿਕਲੀ ਸਬ ਇੰਸਪੈਕਟਰ ਦੇ ਜਿਹੜੇ ਐਗਜ਼ਾਮ ਹੋਣ ਵਾਲਾ ਹੈ ਔਰ ਉਸ ਲੈਵਲ ਦੇ ਜੋ ਕੁਐਸਚਨਸ ਆਉਣ ਵਾਲੇ ਨੇ ਉਹਨਾਂ ਨੂੰ ਹੀ ਡਿਸਕਸ ਕਰਾਂਗੇ ਆਪਾਂ। ਠੀਕ ਹੈ, ਤੁਸੀਂ ਦੋਨੇ ਵੀਡੀਓਜ਼ ਨੂੰ ਕੰਪੇਅਰ ਕਰ ਸਕਦੇ ਹੋ, ਕਾਂਸਟੇਬਲ ਵਾਲੀ ਨੂੰ ਵੀ ਤੇ ਹੁਣ ਅੱਜ ਵਾਲੀ ਵੀਡੀਓ ਨੂੰ ਵੀ। ਠੀਕ ਹੈ, ਕਿ ਅਸੀਂ ਜਿਹੜਾ ਕਿ ਡਿਫਰੈਂਸ ਲੈਵਲ ਦਾ ਓਬਵੀਅਸਲੀ ਰੱਖਾਂਗੇ। ਠੀਕ ਹੈ, ਕਿਉਂਕਿ ਹੁਣ ਇਹ ਸਿਰਫ ਔਰ ਸਿਰਫ ਜ਼ਿਆਦਾਤਰ ਆਪਾਂ ਸਬ ਇੰਸਪੈਕਟਰ ਜਾਂ ਫਿਰ ਪਟਵਾਰੀ ਜਾਂ ਫਿਰ ਐਕਸਾਈਜ਼ ਨੂੰ ਆਪਾਂ ਟਾਰਗੇਟ ਕਰ ਰਹੇ ਹਾਂ ਇਸ ਵੀਡੀਓ ਦੇ ਵਿੱਚ, ਸਪੈਸੀਫਿਕਲੀ ਸਬ ਇੰਸਪੈਕਟਰ ਨੂੰ। ਠੀਕ ਹੈ, ਤਾਂ ਉਸੇ ਲੈਵਲ ਦੇ ਜਿਹੜੇ ਕਿ ਆਪਣੇ ਕੁਐਸਚਨਸ ਆਉਣਗੇ। ਸਟਾਰਟ ਕਰਦੇ ਹਾਂ ਬੱਚੇ, ਸਾਰੇ GK ਦੇ ਹੋਊਗੇ। ਠੀਕ ਹੈ, GK ਦੀ ਕਲਾਸ ਹੈਗੀ ਇਹ, ਜਿਹਦੇ ਵਿੱਚ ਹਿਸਟਰੀ, ਪੋਲਿਟੀ, ਇਕੋਨਮੀ, ਜੋਗ੍ਰਾਫੀ, ਆਲਮੋਸਟ ਸਾਰੇ ਸਬਜੈਕਟ ਕਵਰ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ। ਠੀਕ ਹੈ ਜੀ, ਸਟਾਰਟ ਕਰਦੇ ਹਾਂ। ਤਾਂ ਪਹਿਲਾ ਕੁਐਸਚਨ ਹੈ ਰਾਜੇ, ਵਨ ਆਫ ਦ ਸਟੇਟਸ ਨੋਟ ਬਾਈਸੈਕਟਡ ਬਾਏ ਟ੍ਰੋਪਿਕ ਆਫ ਕੈਂਸਰ। ਤੁਹਾਨੂੰ ਪਤਾ ਰਾਜੇ ਆਪਣੇ ਦੇਸ਼ ਦੇ ਵਿੱਚੋਂ ਟ੍ਰੋਪਿਕ ਆਫ ਕੈਂਸਰ ਪਾਸ ਕਰਦੀ ਹੈ ਔਰ ਆਲਮੋਸਟ ਆਪਣੇ ਦੇਸ਼ ਨੂੰ ਬਾਈਸੈਕਟ ਕਰਦੀ ਹੈ। ਠੀਕ ਹੈ, ਬਾਈਸੈਕਟ ਮਤਲਬ ਹਾਫ ਦੇ ਵਿੱਚ ਡਿਵਾਈਡ ਕਰਦੀ ਹੈ। ਤਾਂ ਆਲਮੋਸਟ ਅੱਧ ਦੇ ਵਿੱਚੋਂ ਆਪਣਾ ਜਿਹੜਾ ਕਿ ਟ੍ਰੋਪਿਕ ਆਫ ਕੈਂਸਰ ਪਾਸ ਕਰਦੀ ਹੈ ਦੇਸ਼ ਦੇ ਵਿੱਚੋਂ। ਤਾਂ ਪੁੱਛ ਰਿਹਾ ਰਾਜੇ ਕਿਹੜੀ ਸਟੇਟ ਦੇ ਵਿੱਚੋਂ ਪਾਸ ਕਰਦੀ ਹੈ। ਬੇਸਿਕਲੀ ਕੁਐਸਚਨ ਹੈਗਾ ਕਿਹੜੀ ਸਟੇਟ ਦੇ ਵਿੱਚੋਂ ਪਾਸ ਨਹੀਂ ਕਰਦੀ ਹੈਗੀ। ਤਾਂ ਹਮੇਸ਼ਾ ਨੋਟ ਦਾ ਧਿਆਨ ਰੱਖਣਾ ਹੁੰਦਾ ਹੈਗਾ। ਠੀਕ ਹੈ, ਉੜੀਸਾ, ਗੁਜਰਾਤ, ਵੈਸਟ ਬੰਗਾਲ, ਰਾਜਸਥਾਨ। ਠੀਕ ਹੈ, ਹੁਣ ਦੇਖੋ ਅਗਰ ਤਾਂ ਆਪਾਂ ਨੇ ਟ੍ਰੋਪਿਕ ਆਫ ਕੈਂਸਰ ਐਸ 'ਚ ਪੜ੍ਹੇ ਹੋਏ ਨੇ ਸਟੇਟਸ ਸਾਰੀਆਂ, ਫਿਰ ਤਾਂ ਆਪਾਂ ਆਨਸਰ ਕਰਾਂਗੇ, ਈਜ਼ੀਲੀ ਕਰ ਦਾਂਗੇ। ਠੀਕ ਹੈ, ਅਗਰ ਨਹੀਂ ਪੜ੍ਹੀ ਹੋਈ ਫਿਰ ਆਪਾਂ ਹੁਣ ਕੋਸ਼ਿਸ਼ ਕਰਦੇ ਕਿਵੇਂ ਆਨਸਰ ਕਰਨਾ ਆਪਾਂ ਨੇ। ਤਾਂ ਪਹਿਲਾਂ ਤਾਂ ਦੇਖੋ ਗੁਜਰਾਤ ਤਾਂ ਡੈਫੀਨੇਟਲੀ ਆਊਗਾ ਹੀ ਆਊਗਾ। ਗੁਜਰਾਤ ਦੇ ਵਿੱਚ ਕਿਉਂਕਿ ਆਪਾਂ ਕਹਿ ਰਹੇ ਹਾਂ ਵੀ ਅੱਜ ਦੇ ਵਿੱਚੋਂ ਟ੍ਰੋਪਿਕ ਆਫ ਕੈਂਸਰ ਆਪਣੀ ਪਾਸ ਕਰ ਰਹੀ ਹੈ, ਤਾਂ ਗੁਜਰਾਤ ਦੀ ਲੋਕੇਸ਼ਨ ਵੀ ਕਿਤੇ ਨਾ ਕਿਤੇ ਇੱਥੇ ਜਿਹੀ ਹੈਗੀ। ਠੀਕ ਹੈ, ਤਾਂ ਗੁਜਰਾਤ ਦੇ ਵਿੱਚੋਂ ਪਾਸ ਤਾਂ ਕਰੇਗੀ। ਤਾਂ ਇਸ ਦਾ ਆਨਸਰ ਗੁਜਰਾਤ ਤਾਂ ਨਹੀਂ ਹੋ ਸਕਦਾ, ਕਿਉਂਕਿ ਗੁਜਰਾਤ ਦੇ ਵਿੱਚੋਂ ਤਾਂ ਪਾਸ ਕਰ ਰਹੀ ਹੈਗੀ। ਠੀਕ ਹੈ, ਹੁਣ ਦੇਖੋ ਰਾਜਸਥਾਨ ਦੀ ਥੋੜ੍ਹੀ ਕਨਫਿਊਜ਼ਨ ਹੋਊਗੀ ਕਿਉਂਕਿ ਰਾਜਸਥਾਨ ਥੋੜ੍ਹਾ ਜਿਹਾ ਉੱਪਰ ਹੈਗਾ। ਠੀਕ ਹੈ, ਤਾਂ ਇਹਨੂੰ ਆਪਾਂ ਪੈਂਡਿੰਗ ਰੱਖਦੇ ਹਾਂ। ਨੈਕਸਟ ਗੱਲ ਕਰਦੇ ਹਾਂ ਬੱਚੇ ਉੜੀਸਾ ਦੀ। ਠੀਕ ਹੈ, ਇਹ ਵੀ ਥੋੜ੍ਹਾ ਪੈਂਡਿੰਗ ਰੱਖਦੇ ਹਾਂ। ਔਰ ਵੈਸਟ ਬੰਗਾਲ ਵੀ, ਇਹਨੂੰ ਵੀ ਆਪਾਂ ਐਲੀਮੀਨੇਟ ਕਰ ਸਕਦੇ ਹਾਂ ਬਿਕੋਜ਼ ਵੈਸਟ ਬੰਗਾਲ ਵੀ ਲੋਕੇਸ਼ਨ ਇਹਦੀ ਬਿਲਕੁਲ ਇੱਥੇ ਜਿਹੀ ਹੈਗੀ ਹੈ। ਠੀਕ ਹੈ, ਅਤੇ ਵੈਸਟ ਬੰਗਾਲ ਨੂੰ ਵੀ ਡੈਫੀਨੇਟਲੀ ਖਾਸਾ ਅੱਛੀ ਤਰ੍ਹਾਂ ਇਹ ਪਾਸ ਕਰ ਰਿਹਾ ਹੈਗਾ। ਹੁਣ ਰਾਜੇ ਇਹਦੇ ਵਿੱਚੋਂ ਅਗਰ ਆਪਾਂ ਨੂੰ ਆਈਡੀਆ ਨਹੀਂ ਹੈਗਾ, ਨਹੀਂ ਪੜ੍ਹਿਆ ਹੋਇਆ ਆਪਾਂ ਨੇ, ਤਾਂ ਦੇਖੋ ਬਲਾਈਂਡ ਗੈਸ ਲਗਾਉਣਾ ਪਊਗਾ। ਦੋਨੇ ਕਨਫਿਊਜ਼ਿੰਗ ਨੇ ਥੋੜ੍ਹੇ ਜਿਹੇ। ਠੀਕ ਹੈ, ਬਟ ਆਨਸਰ ਡੈਫੀਨੇਟਲੀ ਉੜੀਸਾ ਆਏਗਾ। ਉੜੀਸਾ ਦੇ ਵਿੱਚੋਂ ਪਾਸ ਨਹੀਂ ਕਰਦੀ ਹੈਗੀ। ਠੀਕ ਹੈ, ਹੁਣ ਦੇਖੋ ਅਗਰ ਨਹੀਂ ਪਤਾ ਤਾਂ 50% ਆਪਣੇ ਐਲੀਮੀਨੇਟ ਕਰਤੇ, ਅਤੇ ਬਾਕੀ 2 ਦੇ ਵਿੱਚੋਂ ਆਪਾਂ ਬਲਾਈਂਡ ਗੈਸ ਮਾਰਾਂਗੇ। ਠੀਕ ਹੈ, ਤੁੱਕਾ ਮਾਰਨ ਦੀ ਕੋਸ਼ਿਸ਼ ਕਰਾਂਗੇ। ਠੀਕ ਹੈ, ਅਤੇ ਬਟ ਆਨਸਰ ਡੈਫੀਨੇਟਲੀ ਉੜੀਸਾ ਆਏਗਾ ਇਹਦਾ, ਕਿਉਂਕਿ ਉੜੀਸਾ ਦੇ ਵਿੱਚੋਂ ਪਾਸ ਨਹੀਂ ਕਰਦੀ। ਰਾਜਸਥਾਨ ਦੇ ਵਿੱਚ ਥੋੜ੍ਹਾ ਜਿਹਾ ਪੋਰਸ਼ਨ ਹੈਗਾ ਜਿਹੜਾ ਕਿ ਟ੍ਰੋਪਿਕ ਆਫ ਕੈਂਸਰ ਜਿੱਥੋਂ ਕਿ ਪਾਸ ਕਰਦੀ ਹੈ। ਨੈਕਸਟ ਸਲਾਈਡ ਦੇ ਵਿੱਚ ਦੇਖਦੇ ਆਪਾਂ। ਦੇਖੋ ਰਾਜੇ ਰਾਜਸਥਾਨ ਕਿਹੜੀ ਸਟੇਟਸ ਨੇ, ਗੁਜਰਾਤ ਦੇ ਵਿੱਚੋਂ ਤਾਂ ਡੈਫੀਨੇਟਲੀ ਕਰਦੀ ਹੈ। ਦੇਖੋ ਆਹ ਟ੍ਰੋਪਿਕ ਆਫ ਕੈਂਸਰ ਜਾ ਰਹੀ ਹੈ ਆਪਣੀ। ਠੀਕ ਹੈ, ਅਤੇ ਦੇਖੋ ਰਾਜੇ ਬੇਸਿਕਲੀ ਇੱਥੇ ਆ ਰਾਜੇ ਆਹ ਵਾਲੀ। ਠੀਕ ਹੈ, ਤਾਂ ਰਾਜਸਥਾਨ ਦਾ ਬਿਲਕੁਲ ਛੋਟਾ ਜਿਹਾ ਪੋਰਸ਼ਨ ਹੈ ਜਿਹੜਾ ਕਵਰ ਕਰ ਰਹੀ ਹੈ ਟ੍ਰੋਪਿਕ ਆਫ ਕੈਂਸਰ। ਗੁਜਰਾਤ ਦਾ ਅੱਛਾ ਖਾਸਾ ਕਰ ਰਹੀ ਹੈ, ਵੈਸਟ ਬੰਗਾਲ ਦਾ ਅੱਛਾ ਖਾਸਾ ਕਰ ਰਹੀ ਹੈ, ਝਾਰਖੰਡ, ਛੱਤੀਸਗੜ੍ਹ, MP। ਠੀਕ ਹੈ, ਇਸ ਦੇ ਨਾਲ ਰਾਜੇ ਜਿਹੜੇ ਨੌਰਥ ਈਸਟ ਦੀਆਂ 2 ਸਟੇਟਸ ਨੇ, ਤ੍ਰਿਪੁਰਾ ਅਤੇ ਮਿਜ਼ੋਰਮ। ਠੀਕ ਹੈ, ਇਹਨਾਂ ਦੋਨਾਂ ਨੂੰ ਵੀ ਕੀ ਹੈ ਪਾਸ ਕਰੇਗੀ ਕੌਣ, ਟ੍ਰੋਪਿਕ ਆਫ ਕੈਂਸਰ। ਠੀਕ ਹੈ, ਤਾਂ ਉੜੀਸਾ ਦੇ ਵਿੱਚੋਂ ਪਾਸ ਨਹੀਂ ਕਰ ਰਹੀ, ਉੜੀਸਾ ਕਾਫੀ ਨੀਚੇ ਰਹਿ ਗਿਆ। ਠੀਕ ਹੈ, ਉੜੀਸਾ ਦੇ ਵਿੱਚੋਂ ਪਾਸ ਨਹੀਂ ਕਰ ਰਹੀ ਹੈਗੀ। ਤਾਂ 8 ਸਟੇਟਸ ਨੇ ਰਾਜੇ, 1 2 3 4 5 6 7 8 ਸਟੇਟਸ ਨੇ ਇੰਡੀਆ ਦੀ ਜਿਹਦੇ ਵਿੱਚੋਂ ਕਿ ਟ੍ਰੋਪਿਕ ਆਫ ਕੈਂਸਰ ਪਾਸ ਕਰਦੀ ਹੈ। ਠੀਕ ਹੈ, ਯਾਦ ਕਰਨੇ ਆਪਾਂ ਨੇ ਸਾਰੀਆਂ ਸਟੇਟਸ। ਤੁਸੀਂ ਇਹਦਾ ਸਕਰੀਨਸ਼ਾਟ ਵੀ ਲੈ ਸਕਦੇ ਹੋ। ਚਲੋ ਜੀ, ਦ ਰੀਵਰ, ਨੈਕਸਟ ਕੁਐਸਚਨ, ਦ ਰੀਵਰ ਦਾਮੋਦਰ ਐਂਡਸ ਇਨ। ਦਾਮੋਦਰ ਨਦੀ ਪਤਾ ਰਾਜੇ ਆਪਾਂ ਨੂੰ ਕੀ ਹੈਗੀ ਹੈ ਨਾ, ਆਪਾਂ ਆਪਣੇ ਈਸਟ ਦੇ ਵਿੱਚ ਬੇਸਿਕਲੀ ਹੈਗੀ ਹੈ। ਜੇ ਆਪਣੀ ਇੰਡੀਆ ਦੀ ਲੋਕੇਸ਼ਨ ਇਹ ਹੈਗੀ ਤਾਂ ਆਲਮੋਸਟ ਇੱਥੇ ਜਿਹੜਾ ਛੋਟਾ ਨਾਗਪੁਰ ਪਲੇਟੂ ਵਗੈਰਾ ਹੈਗੀ ਹੈ। ਈਵਨ ਕਿ ਜਿਹੜੀ ਦਾਮੋਦਰ ਨਦੀ ਹੈ ਛੋਟਾ ਨਾਗਪੁਰ ਪਲੇਟੂ ਦੇ ਵਿੱਚੋਂ ਹੀ ਨਿਕਲਦੀ ਹੈ। ਠੀਕ ਹੈ, ਜਿਹੜਾ ਰਾਈਜ਼ ਕਰਦੀ ਹੈ ਛੋਟਾ ਨਾਗਪੁਰ ਪਲੇਟੂ ਦੇ ਵਿੱਚੋਂ ਹੀ ਰਾਈਜ਼ ਕਰਦੀ ਹੈ। ਦਾਮੋਦਰ ਦੀ ਇੱਕ ਟ੍ਰਿਬਿਊਟਰੀ ਵੀ ਹੈਗੀ ਹੈ ਰਾਜੇ, ਉਹ ਕਿਹੜੀ ਹੈ, ਬਰਾਕਰ। ਠੀਕ ਹੈ, ਇਹ ਵੀ ਇੰਪੋਰਟੈਂਟ ਟ੍ਰਿਬਿਊਟਰੀ ਕਿਹਦੀ, ਦਮੋਦਰ ਨਦੀ ਦੀ, ਬਰਾਕਰ। ਹੁਣ ਪੁੱਛ ਰਿਹਾ ਰਾਜੇ ਜਿਹੜੀ ਦਮੋਦਰ ਨਦੀ ਹੈ ਉਹ ਕਿਹਦੇ ਵਿੱਚ ਐਂਡ ਕਰਦੀ ਹੈ, ਕੀ ਰੀਵਰ ਗੰਗਾ ਦੇ ਵਿੱਚ, ਰੀਵਰ ਹੁਗਲੀ ਦੇ ਵਿੱਚ, ਜਾਂ ਡਾਇਰੈਕਟਲੀ ਬੇ ਆਫ ਬੰਗਾਲ ਦੇ ਵਿੱਚ ਗਿਰ ਜਾਂਦੀ ਹੈ ਸਮੁੰਦਰ ਦੇ ਵਿੱਚ ਜਾ ਕੇ, ਜਾਂ ਕਿਸੇ ਸੌਲਟ ਲੇਕ ਦੇ ਵਿੱਚ ਫਲੋ ਕਰਦੀ ਹੈ। ਤਾਂ ਰਾਜੇ ਵੈਸਟ ਬੇ ਆਫ ਬੰਗਾਲ ਤਾਂ ਨਹੀਂ ਆਏਗਾ, ਕਿਸੇ ਨਾ ਕਿਸੇ ਨਦੀ ਦੇ ਵਿੱਚ ਹੀ ਗਿਰਦੀ ਹੈ। ਠੀਕ ਹੈ, ਦਮੋਦਰ ਸਿੱਧੀ ਸਮੁੰਦਰ ਦੇ ਵਿੱਚ ਨਹੀਂ ਗਿਰਦੀ ਹੈਗੀ, ਪਹਿਲਾਂ ਕਿਸੇ ਨਦੀ ਦੇ ਨਾਲ ਮਿਲਦੀ ਹੈਗੀ ਹੈ। ਠੀਕ ਹੈ, ਤਾਂ ਉਹਦਾ ਆਨਸਰ ਹੈਗਾ ਰਾਜੇ B, ਰੀਵਰ ਹੁਗਲੀ। ਹੁਗਲੀ ਨਦੀ ਦੇ ਵਿੱਚ ਪਹਿਲਾਂ ਦਮੋਦਰ ਨਦੀ ਮਿਲਦੀ ਹੈ। ਦੇਖੋ ਇਹ ਹੈਗਾ ਰਾਜੇ ਆਪਣਾ ਦਮੋਦਰ ਦਾ ਬੇਸਿਨ। ਠੀਕ ਹੈ, ਬੇਸਿਨ ਦਾ ਮਤਲਬ ਕੀ ਹੁੰਦਾ, ਜਿੱਥੋਂ ਨਦੀ ਫਲੋ ਕਰ ਰਹੀ ਹੈ ਬੇਸਿਕਲੀ। ਤਾਂ ਰਾਜੇ ਆਪਣੇ ਕੋਲ ਇੱਧਰ ਦਮੋਦਰ ਆ ਰਹੀ ਹੈਗੀ। ਠੀਕ ਹੈ, ਮੇਨ ਨਦੀ ਆ ਰਹੀ ਹੈ ਦਮੋਦਰ ਜਾ ਕੇ ਰਾਜੇ ਫਿਰ ਹੁਗਲੀ ਦੇ ਵਿੱਚ ਮਿਲਦੀ ਹੈ। ਦੇਖੋ ਆਹ ਹੁਗਲੀ, ਉੱਪਰੋਂ ਹੁਗਲੀ ਆ ਰਹੀ ਹੈਗੀ। ਠੀਕ ਹੈ, ਅਤੇ ਦਮੋਦਰ ਇੱਥੇ ਆ ਕੇ ਹੁਗਲੀ ਦੇ ਵਿੱਚ ਮਿਲਦੀ ਹੈ। ਤਾਂ ਆਪਣਾ ਆਨਸਰ ਡੈਫੀਨੇਟਲੀ ਹੁਗਲੀ ਆਉਣਾ ਸੀ, ਕਿ ਦਮੋਦਰ ਨਦੀ ਜਿਹੜੀ ਹੈਗੀ ਉਹ ਹੁਗਲੀ ਦੇ ਵਿੱਚ ਮਰਜ ਕਰਦੀ ਹੈ। ਠੀਕ ਹੈ,
ਫਿਰ ਹੁਗਲੀ ਅੱਗੇ ਜਾ ਕੇ ਫਿਰ ਬੇ ਆਫ ਬੰਗਾਲ ਦੇ ਵਿੱਚ ਗਿਰ ਜਾਂਦੀ ਹੈਗੀ। ਠੀਕ ਹੈ ਜੀ। ਜੇ ਰਾਜੇ ਆਪਾਂ ਬਰਾਕਰ ਦੀ ਗੱਲ ਕਰੀਏ, ਦੇਖੋ ਕਿਉਂਕਿ ਆਪਾਂ ਪਹਿਲਾਂ ਵੀ ਕਹਿ ਰਹੇ ਸੀ ਬਰਾਕਰ ਜਿਹੜੀ ਨਦੀ ਆ ਉਹ ਦਮੋਦਰ ਦੀ ਹੀ ਟ੍ਰਿਬਿਊਟਰੀ ਹੈਗੀ ਹੈ। ਠੀਕ ਹੈ, ਬਰਾਕਰ ਇੱਥੋਂ ਆ ਰਹੀ ਹੈ, ਬਰਾਕਰ ਦਮੋਦਰ ਦੇ ਵਿੱਚ ਮਿਲ ਗਈ, ਫਿਰ ਦਮੋਦਰ ਅੱਗੇ ਜਾ ਕੇ ਰਾਜੇ ਹੁਗਲੀ ਦੇ ਵਿੱਚ ਮਿਲ ਗਈ, ਫਿਰ ਹੁਗਲੀ ਅੱਗੇ ਜਾ ਕੇ ਬੇ ਆਫ ਬੰਗਾਲ ਦੇ ਵਿੱਚ ਗਿਰ ਕੇ ਜਾ ਕੇ। ਠੀਕ ਹੈ, ਹੁਣ ਜੇ ਆਪਾਂ ਹੋਰ ਥੋੜ੍ਹਾ ਡੀਪ ਜਾਈਏ, ਇਹ ਜਿਹੜੀ ਉੱਪਰੋਂ ਨਦੀ ਆ ਰਹੀ ਹੈ ਰਾਜੇ ਹੁਗਲੀ ਨਦੀ ਆ ਰਹੀ ਹੈ, ਹੁਣ ਇਹ ਵੀ ਦੇਖ ਲੈਣਾ ਕਿੱਥੋਂ ਆ ਰਹੀ ਹੈਗੀ। ਬੇਸਿਕਲੀ ਇੱਧਰ ਵਾਲਾ ਮੈਪ ਦੇਖਣਾ ਪਏਗਾ ਆਪਾਂ ਨੂੰ। ਤਾਂ ਜਿਹੜੀ ਆਹ ਦੇਖੋ ਆਹ ਨੀਚੋਂ ਆ ਰਹੀ ਹੈ ਨਾ, ਉੱਪਰੋਂ ਆ ਰਹੀ ਹੈਗੀ, ਇਹ ਹੁਗਲੀ ਨਦੀ ਹੈ। ਸੇਮ ਜਿਹੜੀ ਆਪਾਂ ਇੱਥੇ ਗੱਲ ਕਰ ਰਹੇ ਹਾਂ ਇਹ ਵੀ ਨੀਚੇ ਜਾ ਰਹੀ ਹੈਗੀ। ਠੀਕ ਹੈ, ਤਾਂ ਇੱਥੇ ਵੀ ਨੀਚੇ ਜਾ ਰਹੀ ਹੈ, ਸੇਮ ਨਦੀ ਹੈਗੀ। ਹੁਣ ਦੇਖੋ ਦਮੋਦਰ ਇੱਥੇ ਇਹਦੇ ਵਿੱਚ ਮਰਜ ਕਰਦੀ ਹੈ ਹੁਗਲੀ ਦੇ ਵਿੱਚ, ਜਿਹੜੀ ਚੀਜ਼ ਆਪਾਂ ਨੇ ਇੱਥੇ ਕੀਤੀ ਹੈ ਵੀ ਦਮੋਦਰ ਹੁਗਲੀ ਦੇ ਵਿੱਚ ਮਰਜ ਕਰਦੀ ਹੈ। ਠੀਕ ਹੈ, ਹੁਣ ਦੇਖੋ ਰਾਜੇ ਤੁਸੀਂ ਧਿਆਨ ਦੇਣਾ ਹੈਗਾ, ਹੁਗਲੀ ਨਦੀ ਜਿਹੜੀ ਨੀਚੇ ਆਈ ਹੈ ਇਹ ਕਿੱਥੋਂ ਆਈ ਹੈ? ਇਹ ਗੰਗਾ ਤੋਂ ਹੀ ਟੁੱਟ ਕੇ ਆਈ ਹੈ। ਬੇਸਿਕਲੀ ਇਹ ਨਦੀ ਗੰਗਾ ਆ ਰਹੀ ਹੈ ਆਪਣੀ ਉੱਪਰੋਂ, ਹਰੀਦਵਾਰ ਤੋਂ ਗੰਗਾ ਚੱਲਦੀ ਆ ਰਹੀ ਹੈ। ਠੀਕ ਹੈ, ਅਤੇ ਇੱਥੇ ਆ ਕੇ ਰਾਜੇ ਗੰਗਾ ਨਦੀ ਟੁੱਟ ਕੇ ਇੱਕ ਪੋਰਸ਼ਨ ਜਿਹੜਾ ਸਾਊਥ ਵੱਲ ਚਲਾ ਗਿਆ ਗੰਗਾ ਦਾ। ਠੀਕ ਹੈ, ਮੇਨ ਗੰਗਾ ਨਦੀ ਤਾਂ ਜਿਹੜੀ ਬੰਗਲਾਦੇਸ਼ ਚਲੀ ਗਈ। ਠੀਕ ਹੈ, ਬੰਗਲਾਦੇਸ਼ ਵੱਲ ਚਲੀ ਗਈ ਜੀ, ਬਟ ਥੋੜ੍ਹਾ ਜਿਹਾ ਟੁਕੜਾ ਗੰਗਾ ਨਦੀ ਦਾ ਟੁੱਟ ਕੇ ਨੀਚੇ ਵੱਲ ਸਾਊਥ ਵੱਲ ਚਲਾ ਗਿਆ, ਕਲਕੱਤਾ ਵੱਲ ਚਲਾ ਗਿਆ, ਉਹਦਾ ਨਾਮ ਸਾਡਾ ਹੈਗਾ ਰਾਜੇ ਹੁਗਲੀ। ਹੁਣ ਦੇਖੋ ਹੁਗਲੀ ਨਦੀ ਨੂੰ ਅਸੀਂ ਕੀ ਕਹਾਂਗੇ? ਹੁਗਲੀ ਇਜ਼ ਅ ਡਿਸਟਰੀਬਿਊਟਰੀ ਰਾਜੇ, ਧਿਆਨ ਦੇਣਾ ਇਸ ਚੀਜ਼ 'ਤੇ, ਇਟ ਇਜ਼ ਅ ਡਿਸਟਰੀਬਿਊਟਰੀ। ਠੀਕ ਹੈ, ਇਹ ਕੋਈ ਟ੍ਰਿਬਿਊਟਰੀ ਨਹੀਂ ਹੈਗੀ। ਟ੍ਰਿਬਿਊਟਰੀ ਕਿਹੜੀ ਹੁੰਦੀ ਹੈ? ਜਿਹੜੀ ਕਿ ਮਰਜ ਕਰਦੀ ਹੈ, ਜਿਵੇਂ ਆਪਾਂ ਨੇ ਕੀਤਾ ਬਰਾਕਰ ਅਤੇ ਦਮੋਦਰ। ਤਾਂ ਬਰਾਕਰ ਕਿਉਂਕਿ ਦਮੋਦਰ ਦੇ ਵਿੱਚ ਮਿਲਦੀ ਹੈ ਜਾ ਕੇ, ਤਾਂ ਇਹ ਟ੍ਰਿਬਿਊਟਰੀ ਹੈ। ਬਟ ਜਦੋਂ ਕੋਈ ਨਦੀ ਟੁੱਟਦੀ ਹੈਗੀ, ਠੀਕ ਹੈ, ਹੁਣ ਗੰਗਾ ਦੇ ਵਿੱਚੋਂ ਇਹ ਟੁੱਟ ਰਹੀ ਹੈਗੀ, ਜਦੋਂ ਕੋਈ ਟੁੱਟ ਰਹੀ ਹੈ ਉਹਨੂੰ ਆਪਾਂ ਕਹਾਂਗੇ ਡਿਸਟਰੀਬਿਊਟਰੀ। ਠੀਕ ਹੈ, ਡਿਸਟਰੀਬਿਊਟਰੀ। ਅਦਰਵਾਈਜ਼ ਹੁੰਦੀ ਹੈ ਜਿਹੜੀ ਟ੍ਰਿਬਿਊਟਰੀ ਹੁੰਦੀ ਹੈਗੀ। ਠੀਕ ਹੈ, ਜਿਹੜੀ ਕਿ ਮਰਜ ਕਰਦੀ ਹੈ। ਬਰਾਕਰ ਨਦੀ ਇਜ਼ ਅ ਟ੍ਰਿਬਿਊਟਰੀ ਆਫ ਦਮੋਦਰ ਨਦੀ। ਠੀਕ ਹੈ ਜੀ, ਇਹ ਚੀਜ਼ ਕਰਦੇ ਹਾਂ। ਔਰ ਹੁਗਲੀ ਇਜ਼ ਅ ਡਿਸਟਰੀਬਿਊਟਰੀ ਆਫ ਗੰਗਾ ਨਦੀ। ਠੀਕ ਹੈ, ਇਹ ਧਿਆਨ ਦੇਣਾ ਥੋੜ੍ਹਾ ਜਿਹਾ। ਚਲੋ, ਵਿਚ ਦ ਫੋਲੋਇੰਗ ਇਜ਼ ਕਰੈਕਟਰਾਈਜ਼ਡ ਬਾਈ ਐਕਸੈਸਿਵ ਡੈਂਪਨੈਸ। ਡੈਂਪਨੈਸ ਮਤਲਬ ਰਾਜੀ ਕੋਈ ਦਲਦਲ ਵਰਗੀ ਜਗ੍ਹਾ ਹੁੰਦੀ ਹੈ। ਠੀਕ ਹੈ, ਜਿੱਥੇ ਪੈਰ ਧਸ ਜਾਂਦਾ ਹੈ। ਵਿਦ ਅ ਥਿਕ ਗਰੋਥ ਫੋਰੈਸਟ ਅੱਛੇ ਖਾਸੇ ਥਿਕ ਫੋਰੈਸਟ ਹੁੰਦੇ ਨੇ। ਐਂਡ ਅ ਵਰਾਇਟੀ ਆਫ ਲਾਈਫ। ਠੀਕ ਹੈ, ਹੋਰ ਵੀ ਜਨਜੀਵਨ ਜਿਹੜਾ ਕੀ ਹੈ ਹੁੰਦਾ ਇਹਦੇ ਵਿੱਚ। ਠੀਕ ਹੈ, ਤਾਂ ਭੱਬਰ, ਭੰਗਾਰ, ਤੈਰਾਈ, ਖੱਦਰ। ਬੇਸਿਕਲੀ ਰਾਜੀ ਆਪਾਂ ਨੂੰ ਪਤਾ ਕਿ ਇਹ ਇੱਕ ਤਰ੍ਹਾਂ ਦੀ ਸੋਇਲ ਫੋਰਮੇਸ਼ਨਸ ਹੁੰਦੀਆਂ ਨੇ ਆਪਣੀਆਂ, ਹੈ ਨਾ। ਵੀ ਪਹਿਲਾਂ ਕਿਹੜੀ ਜਦੋਂ ਹਿਮਾਲਿਆਸ ਤੋਂ ਨਦੀ ਨਿਕਲਦੀ ਹੈਗੀ ਹੈ। ਠੀਕ ਹੈ, ਤਾਂ ਨਦੀ ਨਿਕਲਣ ਦੇ ਵੇ ਪਹਿਲਾਂ ਕਿ ਆਪਣੇ ਕੋਲ ਕੰਕਰ ਆਉਂਦੇ ਹੁੰਦੇ ਨੇ, ਫਿਰ ਤੈਰਾਈ ਰੀਜਨ ਆਉਂਦਾ ਹੁੰਦਾ। ਠੀਕ ਹੈ, ਫਿਰ ਜਿਹੜਾ ਓਲਡ ਫਲੱਡ ਪਲੇਨ ਹੁੰਦਾ ਹੈ, ਜੇ ਫਿਰ ਨਿਊ ਫਲੱਡ ਪਲੇਨ ਹੁੰਦਾ, ਇਹਨੂੰ ਆਪਾਂ ਭੰਗਾਰ ਕਹਿ ਦਿੰਦੇ, ਇਹਨੂੰ ਖੱਦਰ ਕਹਿ ਦਿੰਦੇ ਹਾਂ, ਹੈ ਨਾ। ਇਹ ਚੀਜ਼ਾਂ ਕਹਿ ਦਿੰਦੇ ਹੁੰਦੇ ਹਾਂ। ਤਾਂ ਆਪਾਂ ਨੂੰ ਇਹ ਸਾਰਾ ਕੁਛ ਬੇਸਿਕਲੀ ਥੋੜ੍ਹਾ ਜਿਹਾ ਬਹੁਤ ਪਤਾ ਹੈਗਾ। ਠੀਕ ਹੈ, ਹੁਣ ਰਾਜੇ ਅਗਰ ਆਪਾਂ ਨੂੰ ਥੋੜ੍ਹਾ ਜਿਹਾ ਤੁਸੀਂ ਇਹਨਾਂ ਬਾਰੇ ਪਤਾ ਤੁਹਾਨੂੰ ਕਿ ਤੈਰਾਈ ਰੀਜਨ ਵਗੈਰਾ ਕੀ ਹੁੰਦੇ ਨੇਗੇ, ਤਾਂ ਤੁਹਾਨੂੰ ਪਤਾ ਹੈਗਾ ਰਾਜੇ ਤੈਰਾਈ ਦੇ ਵਿੱਚ ਕੀ ਹੁੰਦਾ ਹੈ, ਦਲਦਲ ਵਰਗੀ ਚੀਜ਼ ਹੁੰਦੀ ਹੈਗੀ। ਠੀਕ ਹੈ, ਥੋੜ੍ਹੀ ਜਿਹੀ ਆਪਾਂ ਹੁਣ ਪਹਿਲੀ ਗੱਲ ਤਾਂ ਇਹਦਾ ਆਨਸਰ ਆਏਗਾ ਰਾਜੇ ਸੀ। ਠੀਕ ਹੈ, ਕਿੱਥੋਂ ਪਤਾ ਲੱਗਿਆ ਮੈਨੂੰ? ਇੱਕ ਤਾਂ ਥਿਕ ਫੋਰੈਸਟ ਤੋਂ, ਇੱਕ ਵੈਰਾਈਟੀ ਆਫ ਲਾਈਫ ਤੋਂ, ਇੱਕ ਦਲਦਲ ਵਰਗੀ ਜਗ੍ਹਾ ਤੋਂ। ਥੋੜ੍ਹਾ ਜਿਹਾ ਹੋਰ ਦੇਖਦੇ ਆਪਾਂ। ਹੁਣ ਦੇਖੋ ਰਾਜੇ ਹਿਮਾਲਿਆਸ ਤੋਂ ਨਦੀ ਨਿਕਲੀ ਹੈਗੀ ਹੈ। ਠੀਕ ਹੈ, ਤਾਂ ਪਹਿਲਾ ਹੀ ਜਿਹੜਾ ਪੋਰਸ਼ਨ ਹੁੰਦਾ ਰਾਜੇ ਉਹ ਹੁੰਦਾ ਭੱਬਰ, ਜਿਹੜੀ ਟਾਈਪ ਆਫ ਸੋਇਲ ਹੁੰਦੀ ਹੈ। ਇਹਦੇ ਵਿੱਚ ਬੇਸਿਕਲੀ ਪੱਥਰ ਹੁੰਦੇ ਨੇ ਵੱਡੇ ਵੱਡੇ। ਠੀਕ ਹੈ, ਜਿਵੇਂ ਆਪਾਂ ਹਰੀਦਵਾਰ ਰਿਸ਼ੀਕੇਸ਼ ਦੇ ਵਿੱਚ ਦੇਖਦੇ ਹਾਂ ਵੱਡੇ ਵੱਡੇ ਪੱਥਰ ਹੁੰਦੇ ਨੇਗੇ। ਠੀਕ ਹੈ, ਤਾਂ ਇੱਥੇ ਰੀਵਰ ਨਹੀਂ ਬਲਕਿ ਆਪਾਂ ਨੂੰ ਮਿਲਦੀ ਹੈਗੀ। ਰੀਵਰ ਜਿਹੜੀ ਨੀਚੇ ਲੁਕ ਜਾਂਦੀ ਹੈ ਰਾਜੇ। ਠੀਕ ਹੈ, ਕਿਉਂਕਿ ਪੱਥਰ ਨੇ ਤਾਂ ਵਿੱਚ ਹੀ ਸਬਮਰਜ ਹੋ ਜਾਂਦੀ ਹੈ। ਬਟ ਥੋੜ੍ਹੀ ਦੇਰ ਬਾਅਦ ਰਾਜੇ ਅੱਗੇ ਜਾ ਕੇ ਜਿਹੜੀ ਕੀ ਹੈ ਰੀਵਰ ਦੁਬਾਰਾ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ। ਠੀਕ ਹੈ, ਹੁਣ ਜਦੋਂ ਰੀਵਰ ਲੈਂਡ ਦੇ ਉੱਪਰ ਆ ਗਈ ਤਾਂ ਜਿਹੜਾ ਗਿੱਲੀ ਮਿੱਟੀ ਹੋ ਜੂਗੀ, ਇੱਕ ਦਲਦਲ ਵਰਗੀ ਚੀਜ਼ ਬਣ ਜੂਗੀ। ਠੀਕ ਹੈ, ਮਤਲਬ ਉਹਨੂੰ ਆਪਾਂ ਕਹਿੰਦੇ ਹਾਂ ਤੇਰਾਈ ਰੀਜਨ। ਠੀਕ ਹੈ, ਹੁਣ ਦੇਖੋ ਗਿੱਲੀ ਮਿੱਟੀ ਹੈਗੀ ਹੈ ਤਾਂ ਇੱਥੇ ਵੈਜੀਟੇਸ਼ਨ ਵੀ ਅੱਛੀ ਖਾਸੀ ਹੋਏਗੀ। ਠੀਕ ਹੈ, ਤੁਸੀਂ ਦੇਖ ਪਾ ਰਹੇ ਹੋ ਥਿਕ ਫੋਰੈਸਟ ਹੈਗੇ ਨੇ ਸਾਡੇ ਇੱਥੇ। ਜੇ ਆਪਾਂ ਗੱਲ ਕਰੀਏ ਇੰਡੀਆ ਦੇ ਮੈਪ ਦੀ, ਠੀਕ ਹੈ, ਇੰਡੀਆ ਦਾ ਨੌਰਦਰਨ ਪੋਰਸ਼ਨ ਦੀ ਗੱਲ ਕਰਦਾ ਮੈਂ। ਉੱਪਰ ਆਪਣਾ ਨੇਪਾਲ ਹੈਗਾ। ਠੀਕ ਹੈ, ਨੀਚੇ ਆਪਣਾ ਯੂਪੀ ਹੈਗਾ, ਇੱਥੇ ਆ ਗਿਆ ਬਿਹਾਰ। ਠੀਕ ਹੈ, ਅਤੇ ਹੁਣ ਜਿਹੜੇ ਇਹ ਵਾਲਾ ਰੀਜਨ ਹੈ ਰਾਜੇ, ਜਿਹੜਾ ਨੇਪਾਲ ਤੋਂ ਬਿਲਕੁਲ ਨੀਚੇ ਵਾਲਾ ਰੀਜਨ ਹੈ, ਮਤਲਬ ਦੇਖੋ ਇੱਥੇ ਕੀ ਹੋਏ ਨੇ, ਇੱਥੇ ਮਾਊਂਟੇਨਸ ਐਂਡ ਹੋਏ ਨੇ ਔਰ ਨਦੀਆਂ ਆਪਣੀਆਂ ਪਲੇਨ ਦੇ ਵਿੱਚ ਐਂਟਰ ਹੋਣ ਵਾਲੀਆਂ ਨੇਗੀਆਂ। ਠੀਕ ਹੈ, ਇੰਡੀਆ ਦੇ ਵਿੱਚ ਐਂਟਰ ਹੋਣ ਵਾਲੀਆਂ ਨੇ। ਤਾਂ ਜਿੱਥੋਂ ਹੀ ਐਂਟਰ ਹੋਣ ਵਾਲੀਆਂ ਨੇਗੀਆਂ, ਇਹ ਰੀਜਨ ਜਿਹੜਾ ਹੈਗਾ ਇਹ ਸਾਰਾ ਤੇਰਾਈ ਰੀਜਨ ਹੈ ਰਾਜੇ। ਠੀਕ ਹੈ, ਇਹੀ ਚੀਜ਼ ਬਣ ਰਹੀ ਹੈ ਇੱਥੇ ਵੀ। ਅਗੇਨ ਉਹੀ ਦਲਦਲ ਵਰਗੀ ਜਗ੍ਹਾ ਹੁੰਦੀ ਹੈਗੀ। ਠੀਕ ਹੈ, ਗਿੱਲੀ ਮਿੱਟੀ ਹੁੰਦੀ ਹੈ ਅਤੇ ਵੈਜੀਟੇਸ਼ਨ ਬਹੁਤ ਡੈਂਸ ਫੋਰੈਸਟ ਹੁੰਦੇ ਨੇ ਇਹਦੇ ਵਿੱਚ, ਤਾਂ ਇਹਨੂੰ ਆਪਾਂ ਤੇਰਾਈ ਰੀਜਨ ਕਹਿੰਦੇ ਹਾਂ। ਤਾਂ ਡੈਫੀਨੇਟਲੀ ਦੁਬਾਰਾ ਆਪਾਂ ਕੁਐਸਚਨ ਦੇ ਉੱਪਰ ਚੱਲਦੇ ਹਾਂ ਕਿ ਉਹ ਰੀਜਨ ਜਿਹਦੇ ਵਿੱਚ ਜ਼ਿਆਦਾ ਦਲਦਲ ਵਰਗੀ ਚੀਜ਼ ਹੋਵੇ, ਡੈਂਪਨੈਸ ਹੋਵੇ, ਥਿਕ ਫੋਰੈਸਟ ਹੋਣ। ਠੀਕ ਹੈ, ਅਤੇ ਵੈਰਾਈਟੀ ਆਫ ਲਾਈਫ ਹੋਵੇ। ਠੀਕ ਹੈ, ਤਾਂ ਦੇਖੋ ਭੱਬਰ ਤਾਂ ਬਿਲਕੁਲ ਵੀ ਨਹੀਂ ਆ ਸਕਦਾ, ਬਿਕਾਜ਼ ਇਹਦੇ ਵਿੱਚ ਤਾਂ ਕੀ ਨੇ ਰਾਜੇ, ਪੱਥਰ ਨੇ ਜਸਟ, ਇਹਦੇ ਵਿੱਚ ਕੋਈ ਵੈਜੀਟੇਸ਼ਨ ਹੋ ਹੀ ਨਹੀਂ ਸਕਦੀ। ਠੀਕ ਹੈ, ਭੰਗਾਰ ਵੀ ਨਹੀਂ ਹੋ ਸਕਦਾ, ਬਿਕਾਜ਼ ਇਹਦੇ ਵਿੱਚ ਕੀ ਹੈ ਰਾਜੇ, ਇਹ ਕੀ ਹੈ, ਓਲਡ ਫਲੱਡ ਪਲੇਨ ਹੈਗਾ। ਠੀਕ ਹੈ, ਇੰਨਾ ਉਪਜਾਊ ਨਹੀਂ ਹੈਗਾ। ਠੀਕ ਹੈ, ਤਾਂ ਖੱਦਰ ਕੀ ਹੈ ਰਾਜੇ, ਖੱਦਰ ਹੈਗਾ ਨਿਊ ਫਲੱਡ ਪਲੇਨ। ਠੀਕ ਹੈ, ਤਾਂ ਮਤਲਬ ਫਲੱਡ ਪਲੇਨ ਉਪਜਾਊ ਤਾਂ ਹੈਗਾ, ਬਟ ਉਪਜਾਊ ਰਾਜੇ ਕੀ ਹੈਗਾ, ਇਹ ਕੋਈ ਥਿਕ ਫੋਰੈਸਟ ਨਹੀਂ ਹੁੰਦੇ ਇਹਦੇ ਵਿੱਚ। ਬੇਸਿਕਲੀ ਆਪਾਂ ਕੀ ਹੈ ਕਰੋਪਸ ਵਗੈਰਾ ਉਗਾਉਣੇ ਆ, ਔਰ ਇਹ ਦਲਦਲ ਵਰਗੀ ਚੀਜ਼ ਨਹੀਂ ਹੁੰਦੀ ਹੈਗੀ। ਠੀਕ ਹੈ, ਉਪਜਾਊ ਬਿਲਕੁਲ ਹੁੰਦੀ ਹੈ ਬਟ ਦਲਦਲ ਨਹੀਂ ਹੁੰਦਾ। ਦਲਦਲ ਕਿਹੜਾ ਹੁੰਦਾ ਰਾਜੇ, ਤੇਰਾਈ ਰੀਜਨ ਹੀ ਹੁੰਦਾ ਇਕੱਲਾ। ਠੀਕ ਹੈ, ਤਾਂ ਆਪਣਾ ਆਨਸਰ ਡੈਫੀਨੇਟਲੀ ਤੇਰਾਈ ਆਊਗਾ। ਠੀਕ ਹੈ, ਤੁਸੀਂ ਇਹਦੇ ਬਾਰੇ ਵੀ ਪੜ੍ਹ ਸਕਦੇ ਹੋ ਥੋੜ੍ਹਾ ਜਿਹਾ। ਸਦਰਨ ਨੇਪਾਲ। ਠੀਕ ਹੈ, ਜਿਹੜਾ ਆਪਾਂ ਹੁਣੀ ਗੱਲ ਕੀਤੀ ਹੈਗੀ ਕਿ ਸਦਰਨ ਨੇਪਾਲ ਦੇ ਵਿੱਚ ਆਪਣੇ ਕੋਲ ਤੇਰਾਈ ਰੀਜਨ ਹੈਗਾ। ਠੀਕ ਹੈ, ਚਲੋ
ਬਾਕੀ ਰਾਜੇ ਇਹ ਵੀ ਤੁਹਾਨੂੰ ਪਤਾ ਹੋਏਗਾ ਕਿ ਦੇਖੋ ਭੰਗਾਰ ਜਿਹੜਾ ਹੈਗਾ ਇਹ ਕੀ ਹੈ, ਓਲਡ ਫਲੱਡ ਪਲੇਨਸ ਨੇਗੇ, ਠੀਕ ਹੈ। ਅਤੇ ਜਿਹੜਾ ਖੱਦਰ ਹੈ ਰਾਜੇ ਇਹ ਨਿਊ ਫਲੱਡ ਪਲੇਨ ਹੈਗਾ, ਠੀਕ ਹੈ। ਇਹਦੇ ਬਾਰੇ ਆਪਾਂ ਨੂੰ ਪਤਾ ਹੈਗਾ NCERT ਦੇ ਵਿੱਚੋਂ। ਕੀ ਮਤਲਬ ਹੈ ਓਲਡ ਫਲੱਡ ਪਲੇਨ ਦਾ, ਵੀ ਜਿੱਥੋਂ ਨਦੀ ਪਹਿਲਾਂ ਫਲੋ ਕਰਦੀ ਸੀ ਉਹਨੂੰ ਆਪਾਂ ਓਲਡ ਫਲੱਡ ਪਲੇਨ ਕਹਿੰਦੇ ਹਾਂ। ਜਿੱਥੋਂ ਨਦੀ ਐਟ ਪ੍ਰੈਜ਼ੈਂਟ ਫਲੋ ਕਰ ਰਹੀ ਹੈ, ਠੀਕ ਹੈ, ਨਵਾਂ ਫਲੱਡ ਪਲੇਨ ਬਣਾ ਰਹੀ ਹੈ, ਉਹਨੂੰ ਅਸੀਂ ਖੱਦਰ ਕਹਿੰਦੇ ਹਾਂ। ਤਾਂ ਓਬਵੀਅਸਲੀ ਜਿਹੜਾ ਨਵਾਂ ਫਲੱਡ ਪਲੇਨ ਹੈ ਰਾਜੇ ਉਹ ਜ਼ਿਆਦਾ ਉਪਜਾਊ ਹੁੰਦਾ ਹੈਗਾ, ਠੀਕ ਹੈ। ਵਿਚ ਦ ਫੋਲੋਇੰਗ ਆਰ ਇਨਡਾਇਰੈਕਟ ਟੈਕਸਿਸ। ਇਹਨਾਂ ਦੇ ਵਿੱਚੋਂ ਇਨਡਾਇਰੈਕਟ ਕਿਹੜੇ ਟੈਕਸਿਸ ਰਾਜੇ? ਪਹਿਲੀ ਗੱਲ ਤਾਂ ਦੇਖੋ ਇਨਡਾਇਰੈਕਟ ਅਤੇ ਡਾਇਰੈਕਟ ਦੇ ਵਿੱਚ ਆਪਾਂ ਨੂੰ ਫਰਕ ਪਤਾ ਹੋਣਾ ਚਾਹੀਦਾ ਹੈਗਾ, ਠੀਕ ਹੈ। ਆਪਾਂ ਨੂੰ ਰਾਜੇ ਇੱਕ ਦੋ ਟਰਮਸ ਆਉਂਦੀਆਂ ਨੇ, ਇੱਕ ਹੁੰਦੀ ਹੈ ਟੈਕਸ ਇੰਸੀਡੈਂਸ, ਇੱਕ ਹੁੰਦੀ ਹੈ ਟੈਕਸ ਬਰਡਨ। ਦੋ ਤਰ੍ਹਾਂ ਦੀਆਂ ਟਰਮਸ ਹੁੰਦੀਆਂ ਨੇ। ਟੈਕਸ ਹੁਣ ਤੁਸੀਂ ਮੰਨ ਲਓ ਤੁਸੀਂ 20 ਰੁਪਏ ਦਾ ਕੀ ਹੈ ਲੇਜ਼ ਦਾ ਪੈਕਟ ਮਾਰਕੀਟ ਦੇ ਵਿੱਚੋਂ ਬਾਏ ਕੀਤਾ, ਠੀਕ ਹੈ। ਹੁਣ ਇਸ 20 ਰੁਪਏ ਦੇ ਪੈਕਟ ਦੇ ਵਿੱਚ ਰਾਜੇ ਨੀਚੇ ਲਿਖਿਆ ਹੁੰਦਾ ਇਨਕਲੂਸਿਵ ਆਫ ਆਲ ਟੈਕਸਿਸ। ਤਾਂ ਮਤਲਬ ਕੀ ਹੈ, ਜਦੋਂ ਤੁਸੀਂ 20 ਰੁਪਏ ਪੇ ਕੀਤੇ ਦੁਕਾਨਦਾਰ ਨੂੰ, ਤਾਂ ਉਸ 20 ਰੁਪਏ ਦੇ ਵਿੱਚ ਟੈਕਸਿਸ ਵੀ ਪੇ ਕੀਤੇ ਨੇ, ਇੰਕਲੂਡ ਕੀਤੇ ਨੇ। ਤਾਂ ਮਤਲਬ ਪੇ ਤਾਂ ਤੁਸੀਂ ਬਰਡਨ ਤਾਂ ਤੁਹਾਡੇ ਉੱਪਰ ਪਿਆ ਨਾ, ਐਕਚੁਅਲ ਦੇ ਵਿੱਚ ਪੇਮੈਂਟ ਤਾਂ ਤੁਸੀਂ ਕਰ ਰਹੇ ਹੋ, ਠੀਕ ਹੈ, ਬਰਡਨ ਤੁਹਾਡੇ ਉੱਪਰ ਪਿਆ। ਤਾਂ ਇਸ ਕੇਸ ਦੇ ਵਿੱਚ ਇਸ ਚੀਜ਼ ਨੂੰ ਆਪਾਂ ਕਹਿੰਦੇ ਹਾਂ ਰਾਜੇ ਬਰਡਨ, ਜੋ ਐਕਚੁਅਲੀ ਬੰਦਾ ਮਤਲਬ ਜਿਹਦੇ ਉੱਪਰ ਬੋਝ ਪੈ ਰਿਹਾ ਟੈਕਸ ਦਾ। ਹੁਣ ਕੀ ਤੁਸੀਂ ਇਹ 20 ਰੁਪਏ ਦੇ ਵਿੱਚੋਂ 18 ਰੁਪਏ ਦੁਕਾਨਦਾਰ ਨੂੰ ਦੇ ਕੇ ਅਤੇ 2 ਰੁਪਏ ਤੁਸੀਂ ਸਰਕਾਰ ਨੂੰ ਪੇ ਕਰਦੇ ਹੋ? ਇੱਦਾਂ ਹੁੰਦਾ ਕਿ ਨਹੀਂ, ਇੱਦਾਂ ਬਿਲਕੁਲ ਵੀ ਨਹੀਂ ਹੁੰਦਾ। ਅਸੀਂ ਜਸਟ ਦੁਕਾਨਦਾਰ ਨੂੰ ਹੀ 20 ਰੁਪਏ ਪੇ ਕਰ ਦਿੰਦੇ ਹਾਂ, ਅਤੇ ਉਦੋਂ ਬਾਅਦ 'ਚੋਂ ਦੁਕਾਨਦਾਰ ਕੀ ਕਰਦਾ, ਡਿਸਟਰੀਬਿਊਟਰ ਨੂੰ, ਫਿਰ ਅੱਗੇ ਜਾ ਕੇ ਕੰਪਨੀ ਦੇ ਵਿੱਚ ਪੈਪਸੀਕੋ ਦੇ ਵਿੱਚ ਉਹਨਾਂ ਕੋਲ ਸਾਰਾ ਰੈਵਨਿਊ ਜਾਂਦਾ ਹੈ। ਹੁਣ ਜਿਹੜੀ ਕੰਪਨੀ ਹੈ ਰਾਜੇ ਬੇਸਿਕਲੀ ਜਾਂ ਪੈਪਸੀਕੋ ਜਾਂ ਹੋਰ ਵੀ ਜਿਹੜੀ ਪੇਰੈਂਟ ਕੰਪਨੀ ਹੈਗੀ ਹੈ, ਹੁਣ ਇਹ ਜਿਹੜੀ ਪੇਰੈਂਟ ਕੰਪਨੀ ਹੈ ਇਹ ਅੱਗੇ ਜਿਹੜਾ ਸਰਕਾਰ ਨੂੰ ਕੀ ਹੈ ਟੈਕਸ ਪੇ ਕਰੂਗੀ। ਹਾਂ, ਬਰਡਨ ਕਿਹਦੇ ਉੱਪਰ ਸੀਗਾ? ਆਪਣੇ ਇੰਡੀਵਿਜੂਅਲ ਦੇ ਉੱਪਰ, ਆਪਣੇ ਕੰਜ਼ਿਊਮਰ ਦੇ ਉੱਪਰ ਸੀਗਾ। ਬਰਡਨ ਆਪਣੇ ਉੱਪਰ ਸੀ, ਬਟ ਐਕਚੁਅਲ ਦੇ ਵਿੱਚ ਪੇ ਕਿਹੜੀ ਹੈ ਕੰਪਨੀ ਕਰ ਰਹੀ ਹੈ। ਤਾਂ ਮਤਲਬ ਇਹ ਜਿਹੜਾ ਪੇ ਕਰ ਰਿਹਾ ਐਕਚੁਅਲ ਬੰਦਾ, ਉਹਨੂੰ ਆਪਾਂ ਕਹਿੰਦੇ ਹਾਂ ਟੈਕਸ ਇੰਸੀਡੈਂਸ। ਹੁਣ ਇਹਦੇ ਵਿੱਚ ਇੰਸੀਡੈਂਸ ਕਿਹੜੀ ਹੈ? ਪੈਪਸੀਕੋ ਦੇ ਉੱਪਰ ਹੈਗੀ ਹੈ, ਠੀਕ ਹੈ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਕੇਸ ਦੇ ਵਿੱਚ ਬਰਡਨ ਹੈਗਾ ਕੰਜ਼ਿਊਮਰ ਦੇ ਉੱਪਰ, ਠੀਕ ਹੈ, ਇੰਸੀਡੈਂਸ ਹੈਗੀ ਹੈ ਪੈਪਸੀਕੋ ਉੱਪਰ। ਤਾਂ ਮਤਲਬ ਬਰਡਨ ਅਤੇ ਇੰਸੀਡੈਂਸ ਦੋਨੋਂ ਅਲੱਗ-ਅਲੱਗ ਬੰਦਿਆਂ ਕੋਲ ਨੇਗੇ, ਠੀਕ ਹੈ। ਇਸ ਚੀਜ਼ ਨੂੰ ਆਪਾਂ ਕਹਿੰਦੇ ਰਾਜੇ ਇਨਡਾਇਰੈਕਟ ਟੈਕਸ, ਠੀਕ ਹੈ। ਹੁਣ ਜਿਹੜੇ ਵੀ ਮਤਲਬ ਇਹ ਸਾਰੇ ਇਨਡਾਇਰੈਕਟ ਟੈਕਸਿਸ ਹੁੰਦੇ ਨੇ, ਉਹਨਾਂ ਦੇ ਵਿੱਚ ਇੰਸੀਡੈਂਸ ਅਤੇ ਬਰਡਨ ਅਲੱਗ-ਅਲੱਗ ਬੰਦਿਆਂ ਉੱਪਰ ਹੁੰਦਾ ਹੈ। ਹੁਣ ਜੇ ਮੈਂ ਗੱਲ ਕਰਾਂ ਡਾਇਰੈਕਟ ਟੈਕਸ ਦੀ, ਉਹਦੀ ਐਗਜ਼ਾਮਪਲ ਕੀ ਹੈ ਰਾਜੇ? ਉਹਦੀ ਐਗਜ਼ਾਮਪਲ ਹੈਗੀ ਇਨਕਮ ਟੈਕਸ। ਇਨਕਮ ਟੈਕਸ ਰਾਜੇ ਤੁਸੀਂ ਖੁਦ ਪੇ ਕਰਦੇ ਹੋ, ਠੀਕ ਹੈ। ਤੁਹਾਡੀ ਖੁਦ ਹੀ ਇਨਕਮ ਹੁੰਦੀ ਹੈ, ਠੀਕ ਹੈ। ਇਨਕਮ ਤੁਸੀਂ ਖੁਦ ਕਰਦੇ ਹੋ ਔਰ ਪੇ ਵੀ ਤੁਸੀਂ ਖੁਦ ਕਰਦੇ ਹੋ। ਬੇਸਿਕਲੀ ਕੀ ਹੈਗਾ, ਜਿਹੜਾ ਬਰਡਨ ਹੈ ਓਬਵੀਅਸਲੀ ਗੱਲ ਹੈ ਉਹ ਤੁਹਾਡੇ ਦੇ ਉੱਪਰ ਹੀ ਹੈਗਾ, ਕਿਉਂਕਿ ਅਗਰ ਤੁਹਾਡੀ 10 ਲੱਖ ਰੁਪਏ ਦੀ ਇਨਕਮ ਹੈ ਮੰਨ ਲਓ, ਠੀਕ ਹੈ, ਔਰ 10% ਦੇ ਉੱਪਰ ਇਨਕਮ ਟੈਕਸ ਹੈ, ਤਾਂ 1 ਲੱਖ ਰੁਪਏ ਤੁਹਾਨੂੰ ਟੈਕਸ ਪੇ ਕਰਨਾ ਪਏਗਾ, ਠੀਕ ਹੈ। ਬਰਡਨ ਤੁਹਾਡੇ ਉੱਪਰ ਪੈ ਰਿਹਾ ਡੈਫੀਨਿਟਲੀ। ਹੁਣ ਕੀ ਪੇ ਕੌਣ ਕਰੂਗਾ? ਓਬਵੀਅਸਲੀ ਪੇ ਵੀ ਤੁਸੀਂ ਹੀ ਕਰੋਗੇ। ਤੁਸੀਂ ਖੁਦ ਕੀ ਕਰਦੇ ਹੋ ਰਾਜੇ? ਇਨਕਮ ਟੈਕਸ ਰਿਟਰਨ ਫਾਈਲ ਕਰਦੇ ਹੋ, ਠੀਕ ਹੈ, ਖੁਦ ਕਰਦੇ ਹੋ ਜਾਂ ਏਜੰਟ ਤੋਂ ਭਰਵਾਉਂਦੇ ਹੋ ਤੁਸੀਂ, ਤਾਂ ITR ਤੁਸੀਂ ਖੁਦ ਹੀ ਕੀ ਹੈ ਮਤਲਬ ਪੇ ਕਰ ਦਿਓਗੇ, ਫਾਈਲ ਕਰ ਦਿਓ। ਤਾਂ ਬਰਡਨ ਵੀ ਤੁਹਾਡੇ ਉੱਪਰ ਹੀ ਹੈ ਅਤੇ ਇੰਸੀਡੈਂਸ ਵੀ ਤੁਹਾਡੇ ਉੱਪਰ ਹੀ ਹੈਗਾ, ਕੋਈ ਹੋਰ ਐਂਟੀਟੀ ਇਹਦੇ ਵਿੱਚ ਇਨਵੋਲਵ ਨਹੀਂ ਹੈਗੀ। ਤਾਂ ਡਾਇਰੈਕਟ ਟੈਕਸ ਕੇਸ ਦੇ ਵਿੱਚ ਬਰਡਨ ਅਤੇ ਜਿਹੜਾ ਇੰਸੀਡੈਂਸ ਦੋਨੋਂ ਸੇਮ ਇੰਡੀਵਿਜੂਅਲ ਦੇ ਉੱਪਰ ਹੁੰਦਾ, ਸੇਮ ਐਂਟੀਟੀ ਦੇ ਉੱਪਰ ਹੁੰਦਾ ਹੈਗਾ। ਇਹੀ ਫਰਕ ਹੈ ਡਾਇਰੈਕਟ ਅਤੇ ਇਨਡਾਇਰੈਕਟ ਦੇ ਵਿੱਚ, ਠੀਕ ਹੈ। ਹੁਣ ਚਲੋ ਕੁਐਸਚਨ ਦੇ ਉੱਪਰ ਆਉਂਦੇ ਹਾਂ। ਤਾਂ ਇਹਨਾਂ ਸਭ ਦੇ ਵਿੱਚ ਰਾਜੇ ਕਸਟਮਸ ਡਿਊਟੀ, ਐਕਸਾਈਜ਼ ਡਿਊਟੀ, GST, ਇਹ ਸਾਰੇ ਦੇ ਸਾਰੇ ਰਾਜੇ ਆਪਣੇ ਇਨਡਾਇਰੈਕਟ ਟੈਕਸਿਸ ਹੀ ਹੈਗੇ ਨੇ। ਤਾਂ ਆਪਣਾ ਆਨਸਰ ਡੈਫੀਨਿਟਲੀ D ਆਏਗਾ, ਆਲ ਆਫ ਦਾ ਅਬਵ, ਠੀਕ ਹੈ। ਥੋੜ੍ਹਾ ਜਿਹਾ ਹੋਰ ਆਪਾਂ ਦੇਖ ਲੈਂਦੇ ਹਾਂ। ਕਸਟਮਸ ਡਿਊਟੀ ਕਿਹਦੇ ਉੱਪਰ ਲੱਗਦੀ ਹੈ ਰਾਜੇ? ਇੰਪੋਰਟ ਐਕਸਪੋਰਟ 'ਤੇ, ਠੀਕ ਹੈ। ਔਰ ਐਕਸਾਈਜ਼ ਡਿਊਟੀ ਕਿਤੇ ਲੱਗਦੀ ਹੈ? ਐਕਸਾਈਜ਼ ਲੱਗਦੀ ਹੈ ਮੈਨੂਫੈਕਚਰਿੰਗ 'ਤੇ। ਕੋਈ ਚੀਜ਼ ਅਗਰ ਮੈਨੂਫੈਕਚਰ ਹੋ ਰਹੀ ਹੈ ਤਾਂ ਉਹਦੇ ਉੱਪਰ ਉਹਨੂੰ ਜਿਹੜਾ ਕਿ ਮਾਲਿਕ ਹੈ ਜਾਂ ਮਤਲਬ ਓਨਰ ਹੈ ਕੰਪਨੀ ਦਾ, ਉਹਨੂੰ ਐਕਸਾਈਜ਼ ਡਿਊਟੀ ਪੇ ਕਰਨੀ ਪਊਗੀ ਸਰਕਾਰ ਨੂੰ। ਤਾਂ ਮੈਨੂਫੈਕਚਰਿੰਗ ਦੇ ਉੱਪਰ ਐਕਸਾਈਜ਼ ਡਿਊਟੀ ਲੱਗਦੀ ਹੈ। ਜੇ ਆਪਾਂ ਦੇਖੀਏ ਰਾਜੇ GST ਦੇ ਵਿੱਚ ਜਿਹੜੀ ਸੈਂਟਰਲ ਐਕਸਾਈਜ਼ ਡਿਊਟੀ ਹੈ ਉਹ ਵਿੱਚ GST ਦੇ ਹੁਣ ਮਰਜ ਹੋ ਗਈ ਹੈ, ਐਕਸੈਪਟ ਐਕਸਾਈਜ਼ ਔਨ ਪੈਟਰੋਲੀਅਮ। ਐਕਸਾਈਜ਼ ਔਨ ਪੈਟਰੋਲੀਅਮ ਨੂੰ ਛੱਡ ਕੇ ਬਾਕੀ ਸਾਰੀ ਦੀ ਐਕਸਾਈਜ਼ ਡਿਊਟੀ ਜਿਹੜੀ ਹੈਗੀ ਸੈਂਟਰ ਦੀ, ਉਹ GST ਦੇ ਵਿੱਚ ਹੁਣ ਮਰਜ ਹੋ ਚੁੱਕੀ ਹੈਗੀ, ਠੀਕ ਹੈ। ਇਹਦੇ ਬਾਰੇ ਰਾਜੇ ਹੁਣ ਦੇਖੋ ਐਕਸਾਈਜ਼ ਦੇ ਪੇਪਰ ਵਾਸਤੇ ਇਹ ਸਾਰਾ ਕੁਝ ਬਹੁਤ ਇੰਪੋਰਟੈਂਟ ਹੈ, ਠੀਕ ਹੈ। ਤਾਂ ਇਹ ਅੱਛੀ ਤਰ੍ਹਾਂ ਪੜ੍ਹਨਾ ਪੈਣਾ ਹੈਗਾ, ਠੀਕ ਹੈ। ਤਾਂ ਅੱਛੀ ਤਰ੍ਹਾਂ ਤੁਸੀਂ ਕਵਰ ਕਰਨਾ। ਓਬਵੀਅਸਲੀ ਜੇ ਤੁਸੀਂ ਕਰੀਅਰ ਦੇ ਨਾਲ ਜੁੜਦੇ ਹੋ ਤਾਂ ਓਬਵੀਅਸਲੀ ਕਵਰ ਕਰਾਂਗੇ ਹੀ ਆਪਾਂ, ਬਟ ਅਗਰ ਨਹੀਂ ਵੀ ਤੁਸੀਂ ਖੁਦ ਵੀ ਤਿਆਰੀ ਕਰ ਰਹੇ ਹੋ, ਸੈਲਫ ਸਟੱਡੀ ਕਰ ਰਹੇ ਹੋ, ਤਾਂ ਇਹਨਾਂ ਚੀਜ਼ਾਂ 'ਤੇ ਥੋੜ੍ਹਾ ਜਿਹਾ ਧਿਆਨ ਨਾਲ ਕਵਰ ਕਰਨਾ ਹੈਗਾ, ਠੀਕ ਹੈ। ਐਕਸਾਈਜ਼ ਵਾਸਤੇ ਕਾਫੀ ਇੰਪੋਰਟੈਂਟ ਨੇ। ਨੈਕਸਟ ਕੁਐਸਚਨ ਬੱਚੇ, ਦ ਕੋਰ ਸੈਕਟਰ ਆਫ ਇੰਡੀਅਨ ਇਕੋਨਮੀ ਇਜ਼। ਆਪਣੇ ਰਾਜੇ ਇੰਡੀਅਨ ਇਕੋਨਮੀ ਦੇ ਕੁਛ ਆਪਾਂ ਸੈਕਟਰ ਮੰਨਦੇ, ਇੰਡਸਟਰੀਜ਼ ਮੰਨਦੇ ਹਾਂ। 8 ਕੋਰ ਇੰਡਸਟਰੀਜ਼ ਮੰਨਦੇ ਆਪਾਂ, 8 ਨੰਬਰ ਆਫ ਇੰਡਸਟਰੀ ਨੂੰ ਅਸੀਂ ਕੋਰ ਇੰਡਸਟਰੀ ਮੰਨਦੇ ਬੇਸਿਕਲੀ, ਠੀਕ ਹੈ। ਤਾਂ ਉਹਨਾਂ ਦੇ ਵਿੱਚ ਪੁੱਛ ਰਿਹਾ ਕਿਹੜੀ ਕੋਰ ਇੰਡਸਟਰੀ ਇਹਦੇ ਵਿੱਚ? ਇਲੈਕਟ੍ਰੋਨਿਕਸ, ਸਟੀਲ, ਟੈਕਸਟਾਈਲ, ਸ਼ੂਗਰ। ਤਾਂ ਆਪਣਾ ਆਨਸਰ ਰਾਜੇ ਇਹਦੇ ਵਿੱਚ ਆਏਗਾ ਸਟੀਲ। ਜਿਹੜੀ ਸਟੀਲ ਇੰਡਸਟਰੀ ਹੈ ਦੈਟ ਇਜ਼ ਵਨ ਆਫ ਦ 8 ਕੋਰ ਇੰਡਸਟਰੀਜ਼ ਇਨ ਇੰਡੀਆ, ਠੀਕ ਹੈ। ਇਲੈਕਟ੍ਰੋਨਿਕਸ ਨਹੀਂ ਹੈਗੀ, ਇਲੈਕਟ੍ਰੀਸਿਟੀ ਬਿਲਕੁਲ ਹੈਗੀ ਹੈ, ਠੀਕ ਹੈ। ਇਲੈਕਟ੍ਰੀਸਿਟੀ ਇੱਕ ਕੋਰ ਇੰਡਸਟਰੀ ਡੈਫੀਨੇਟਲੀ ਹੈਗੀ ਹੈ, ਇਲੈਕਟ੍ਰੋਨਿਕਸ ਨਹੀਂ ਕੋਈ ਹੈਗੀ, ਠੀਕ ਹੈ। ਤਾਂ ਹਾਂਜੀ ਬਿਲਕੁਲ ਸਟੀਲ ਹੈਗੀ ਹੈ, ਜਿਹੜੀ ਸਟੀਲ ਅਤੇ ਇਲੈਕਟ੍ਰੀਸਿਟੀ ਦੋਨੋਂ ਵਨ ਆਫ ਦਾ ਜਿਹੜੇ 8 ਕੋਰ ਇੰਡਸਟਰੀਜ਼ ਨੇ ਉਹਨਾਂ ਦੇ ਵਿੱਚੋਂ ਇੱਕ ਨੇਗੀਆਂ, ਠੀਕ ਹੈ। ਸਾਰੇ ਦੇਖ ਲੈਂਦੇ ਆਪਾਂ।
ਤਾਂ ਇਹ ਜਿਹੜੇ ਸਾਰੀਆਂ ਇੰਡਸਟਰੀਜ਼ ਨੇਗੀਆਂ 1 2 3 4 5 6 7 8 ਤਾਂ 8 ਆਪਣੀਆਂ ਕੋਰ ਇੰਡਸਟਰੀਜ਼ ਦੇ ਵਿੱਚ ਆਉਂਦੀਆਂ ਨੇ। ਠੀਕ ਹੈ, ਹੁਣ ਦੇਖੋ ਸਟੀਲ ਜਿਵੇਂ ਆ ਗਿਆ ਆਪਣਾ ਆਨਸਰ ਸੀਗਾ ਸਟੀਲ। ਇਸ ਦੇ ਨਾਲ ਰਾਜੇ ਕਈ ਵਾਰੀ ਵੇਟੇਜ ਵੀ ਪੁੱਛ ਲੈਂਦੇ ਨੇ। ਠੀਕ ਹੈ, ਵੀ ਕਿਹੜੀ ਇੰਡਸਟਰੀ ਦੀ ਵੇਟੇਜ ਸਭ ਤੋਂ ਜ਼ਿਆਦਾ ਹੈਗੀ ਹੈ, ਉਸ ਤੋਂ ਘੱਟ ਮਤਲਬ ਪਹਿਲੇ 2-3 ਰੈਂਕਸ, ਜਾਂ ਫਿਰ ਸਭ ਤੋਂ ਜਿਹੜੀ ਲੋਐਸਟ ਵੇਟੇਜ ਕਿਹਦੀ ਹੈ। ਤਾਂ ਇਹਦੇ ਵਿੱਚ ਸਭ ਤੋਂ ਜ਼ਿਆਦਾ ਵੇਟੇਜ ਤੁਸੀਂ ਦੇਖ ਪਾ ਰਹੇ ਹੋ ਰਿਫਾਈਨਰੀ ਪ੍ਰੋਡਕਟਸ ਦੀ ਵੇਟੇਜ ਸਭ ਤੋਂ ਜ਼ਿਆਦਾ ਹੈਗੀ ਹੈ। ਠੀਕ ਹੈ, ਤਾਂ ਪਹਿਲੇ ਨੰਬਰ 'ਤੇ ਰਾਜੇ ਵੇਟੇਜ ਆਏਗੀ ਰਿਫਾਈਨਰੀ ਪ੍ਰੋਡਕਟਸ ਦੀ। ਅਗਰ ਆਪਾਂ ਦੂਜੇ ਨੰਬਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਆਏਗਾ ਰਾਜੇ ਆਪਣਾ ਇਲੈਕਟ੍ਰਿਸਿਟੀ। ਠੀਕ ਹੈ, ਸੈਕਿੰਡ ਨੰਬਰ 'ਤੇ ਇਲੈਕਟ੍ਰਿਸਿਟੀ ਆਏਗੀ 19.85। ਥਰਡ ਨੰਬਰ 'ਤੇ ਆਪਾਂ ਗੱਲ ਕਰੀਏ ਰਾਜੇ ਆਪਣਾ ਆਏਗਾ ਸਟੀਲ 17.92। ਠੀਕ ਹੈ, ਵੇਟੇਜ ਯਾਦ ਨਹੀਂ ਕਰਨੀ, ਇਹ ਨਹੀਂ ਯਾਦ ਕਰਨੀ ਹੈਗੀ, ਬਸ ਨੰਬਰ ਯਾਦ ਕਰਨਾ ਵੀ ਪਹਿਲੇ ਨੰਬਰ 'ਤੇ ਕੌਣ, ਦੂਜੇ 'ਤੇ ਕੌਣ, ਤੀਜੇ 'ਤੇ ਕੌਣ। ਠੀਕ ਹੈ, ਤੇ ਰਾਜੇ ਜਿਹੜੇ ਪਹਿਲੇ 3 ਨੇ ਉਹਨਾਂ ਨੂੰ ਯਾਦ ਕਰਨ ਵਾਸਤੇ ਆਪਣੇ ਕੋਲ ਇੱਕ ਨਿਮੋਨਿਕ ਵੀ ਬਣ ਜਾਂਦਾ। ਦੇਖੋ ਰਿਫਾਈਨਰੀ, ਰੈਸਟ ਨਿਮੋਨਿਕ ਬਣਦਾ ਆਪਣੇ ਕੋਲੇ ਪਹਿਲੇ 3 ਯਾਦ ਕਰਨ ਵਾਸਤੇ। ਠੀਕ ਹੈ, ਰਿਫਾਈਨਰੀ ਪ੍ਰੋਡਕਟਸ, ਇਲੈਕਟ੍ਰਿਸਿਟੀ ਤੇ ਸਟੀਲ। ਤਾਂ ਪਹਿਲੇ 3 ਰੈਂਕਸ ਨੂੰ ਯਾਦ ਕਰਨ ਵਾਸਤੇ ਆਪਣੇ ਕੋਲੇ ਨਿਮੋਨਿਕ ਹੈਗਾ ਰੈਸਟ। ਠੀਕ ਹੈ, ਕਿਹਦਾ, ਕੋਰ ਇੰਡਸਟਰੀਜ਼ ਦਾ, ਕੋਰ ਇੰਡਸਟਰੀਜ਼। ਠੀਕ ਹੈ, ਔਰ ਸਭ ਤੋਂ ਘੱਟ ਜਿਹੜੀ ਵੇਟੇਜ ਉਹ ਕਿਹਦੀ ਹੈ ਰਾਜੇ, ਫਰਟੀਲਾਈਜ਼ਰਸ ਦੀ ਹੈਗੀ 2.63। ਸੋ ਇਹ ਵੀ ਯਾਦ ਰੱਖ ਲਓ। ਠੀਕ ਹੈ, ਤਾਂ 3 ਤਾਂ ਇਹ ਯਾਦ ਰੱਖਣੇ ਨੇ ਪਹਿਲੇ 3। ਠੀਕ ਹੈ, ਇੱਕ ਲਾਸਟ ਯਾਦ ਰੱਖਣਾ। ਠੀਕ ਹੈ, ਹਾਂ ਬਾਕੀ ਇਹ ਵੀ ਤੁਸੀਂ ਇੱਕ ਵਾਰੀ ਗੋ ਥਰੂ ਕਰ ਲਓ ਵੀ 8 ਦੀਆਂ 8 ਇੰਡਸਟਰੀਜ਼ ਕਿਹੜੀਆਂ ਨੇਗੀਆਂ। ਠੀਕ ਹੈ, ਕਿਉਂਕਿ ਜਿਵੇਂ ਹੁਣ ਸਟੀਲ ਵਾਲਾ ਕੁਐਸਚਨ ਆ ਗਿਆ ਤਾਂ ਉਹਦੇ ਵਿੱਚੋਂ ਵੈਸੇ ਜ਼ਿਆਦਾਤਰ ਕੁਐਸਚਨ ਇਹੀ ਆਊਗਾ, ਪਹਿਲੇ 3 ਦੇ ਵਿੱਚੋਂ ਹੀ ਆਊਗਾ, ਬਟ ਸਟਿਲ ਆਪਾਂ ਰਿਸਕ ਨਹੀਂ ਲੈਣਾ, ਆਪਾਂ 8 ਦੇ 8 ਯਾਦ ਕਰ ਲੈਣੇ ਨੇ। ਜਿਹੜੀ ਹਰਾਰਕੀ ਆ ਉਹ ਸਿਰਫ ਪਹਿਲੇ 3 ਯਾਦ ਕਰਨੇ ਵੀ ਪਹਿਲੇ 3 ਨੰਬਰ 'ਤੇ ਕਿਹੜਾ ਆਉਂਦਾ ਹੈਗਾ। ਠੀਕ ਹੈ, ਬਾਕੀ ਵੈਸੇ ਯਾਦ ਸਾਰੇ ਕਰਨੇ ਨੇ। ਠੀਕ ਹੈ ਜੀ, ਚਲੋ ਤੁਸੀਂ ਇਹਦਾ ਵੀ ਸਕਰੀਨਸ਼ਾਟ ਲੈ ਲਓ ਇੱਕ ਵਾਰੀ। Deposits having a fixed period of maturity are referred to as fixed period to maturity। ਬੱਚੇ ਆਪਣੇ ਕੋਲ ਜਿਹੜੇ ਡਿਪੋਜ਼ਿਟਸ ਨੇਗੇ ਬੈਂਕ ਦੇ ਵਿੱਚ ਆਪਾਂ ਡਿਪੋਜ਼ਿਟ ਕਰਾਉਣੇ ਆ, 2 ਤਰ੍ਹਾਂ ਦੇ ਡਿਪੋਜ਼ਿਟ ਹੁੰਦੇ ਨੇ। ਇੱਕ ਹੁੰਦੇ ਨੇ ਰਾਜੇ ਡਿਮਾਂਡ ਡਿਪੋਜ਼ਿਟ, ਇੱਕ ਹੁੰਦੇ ਨੇ ਟਾਈਮ ਡਿਪੋਜ਼ਿਟ। ਠੀਕ ਹੈ, ਆਪਾਂ ਬੈਂਕ ਦੇ ਵਿੱਚ 2 ਤਰ੍ਹਾਂ ਦੇ ਡਿਪੋਜ਼ਿਟ ਕਰਾਉਣੇ, ਇੱਕ ਡਿਮਾਂਡ, ਇੱਕ ਟਾਈਮ। ਡਿਮਾਂਡ ਡਿਪੋਜ਼ਿਟ ਕਿਹੜੇ ਹੁੰਦੇ ਨੇ, ਜਿਵੇਂ ਕਰੰਟ ਅਕਾਊਂਟ ਹੋ ਗਿਆ ਆਪਣਾ, ਸੇਵਿੰਗਸ ਅਕਾਊਂਟ ਹੋ ਗਿਆ। ਠੀਕ ਹੈ, ਵੀ ਜਦੋਂ ਮਰਜ਼ੀ ਆਪਾਂ ਪੈਸੇ ਜਮ੍ਹਾਂ ਕਰ ਦਈਏ, ਜਦੋਂ ਮਰਜ਼ੀ ਪੈਸੇ ਵਿਦਡਰੋ ਕਰ ਲਈਏ ਆਪਣੀ ਡਿਮਾਂਡ ਦੇ ਹਿਸਾਬ ਨਾਲ। ਠੀਕ ਹੈ, ਤਾਂ ਕਰਕੇ ਆਪਾਂ ਇਹਨੂੰ ਕਹਿੰਦੇ ਆ ਡਿਮਾਂਡ ਡਿਪੋਜ਼ਿਟ। ਇੱਕ ਹੁੰਦੇ ਨੇ ਟਾਈਮ ਡਿਪੋਜ਼ਿਟ, ਜਿਵੇਂ ਆਪਣੀ ਬੈਂਕ ਦੇ ਵਿੱਚ ਆ ਕੇ ਆਪਾਂ FD ਕਰਾ ਲਈ ਆਪਣੀ। ਠੀਕ ਹੈ, ਹੁਣ FD ਕੀ ਹੁੰਦੀ ਹੈ ਰਾਜੇ, ਕੁਛ ਟਾਈਮ ਪੀਰੀਅਡ ਵਾਸਤੇ ਹੁੰਦੀ ਹੈ। ਬੇਸਿਕਲੀ ਮੰਨ ਲਓ 2 ਸਾਲ ਦੀ, 8 ਸਾਲ ਦੀ, ਹੈ ਨਾ, ਤਾਂ ਅਲੱਗ-ਅਲੱਗ ਟਾਈਮ ਪੀਰੀਅਡ ਦੀ FD ਹੁੰਦੀ ਹੈ। ਇਹਨੂੰ ਕਹਿੰਦੇ ਆਪਾਂ ਫਿਕਸਡ ਡਿਪੋਜ਼ਿਟ। ਤਾਂ ਹੁਣ ਇੱਥੇ ਰਾਜੇ ਆਪਾਂ ਜਮ੍ਹਾਂ ਤਾਂ ਕਰਵਾਤੇ, ਬਟ ਜਦੋਂ ਵਿਦਡਰੋ ਕਰਵਾਉਣੇ ਨੇ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਕਰਵਾ ਸਕਦੇ। ਠੀਕ ਹੈ, ਕੁਛ ਪਰਟੀਕੂਲਰ ਟਾਈਮ ਬਾਅਦ ਹੀ, ਅਗਰ 2 ਸਾਲ ਦੀ FD ਹੈ ਤਾਂ 2 ਸਾਲ ਬਾਅਦ ਹੀ ਆਪਾਂ ਵਿਦਡਰੋ ਕਰਾ ਸਕਦੇ ਹਾਂ। ਠੀਕ ਹੈ, ਅਗਰ ਪਹਿਲਾਂ ਕਰਾਵਾਂਗੇ ਤਾਂ ਡੈਫੀਨੇਟਲੀ ਪੈਨਲਟੀ ਪਏਗੀ। ਠੀਕ ਹੈ, ਬਟ ਡਿਮਾਂਡ ਡਿਪੋਜ਼ਿਟ ਦੇ ਆਪਾਂ ਜਦੋਂ ਮਰਜ਼ੀ ਵਿਦਡਰੋ ਕਰਾ ਸਕਦੇ ਹਾਂ। ਠੀਕ ਹੈ, ਇਹੀ ਫਰਕ ਹੈ ਡਿਮਾਂਡ ਅਤੇ ਟਾਈਮ ਡਿਪੋਜ਼ਿਟ ਦੇ ਵਿੱਚ। ਠੀਕ ਹੈ, ਤਾਂ ਟਾਈਮ ਦੇ ਵਿੱਚ ਕੀ ਹੈ, ਬੇਸਿਕਲੀ ਕੁਛ ਟਾਈਮ ਬਾਅਦ ਹੀ ਆਪਾਂ ਨੂੰ ਕੀ ਹੈ ਵਿਦਡਰੋ ਕਰ ਸਕਦੇ ਆਪਾਂ, ਕਿ ਕੁਛ ਮਤਲਬ ਸਰਟਨ ਇਹਦੀ ਮੈਚੋਰਿਟੀ ਹੈਗੀ ਆ। ਜਿਹੜਾ 2 ਸਾਲ ਇਹਨੂੰ ਆਪਾਂ ਕਹਿੰਦੇ ਹਾਂ ਮੈਚੋਰਿਟੀ, ਵੀ ਜੋ 2 ਸਾਲ ਤੋਂ ਬਾਅਦ ਇਹ ਮੈਚੋਰ ਹੋਊਗਾ ਫਿਰ ਹੀ ਆਪਾਂ ਵਿਦਡਰੋ ਕਰ ਸਕਦੇ ਹਾਂ। ਠੀਕ ਹੈ, ਹੁਣ ਕੁਐਸਚਨ ਦੇ ਉੱਪਰ ਆਈਏ, ਉਹ ਡਿਪੋਜ਼ਿਟਸ ਜਿਨ੍ਹਾਂ ਦੀ ਫਿਕਸਡ ਮੈਚੋਰਿਟੀ ਹੈਗੀ ਰਾਜੇ, ਤਾਂ ਆਪਾਂ ਨੂੰ ਨਾਮ ਪਤਾ ਲੱਗ ਰਿਹਾ, ਆਪਾਂ ਪੜ੍ਹ ਚੁੱਕੇ ਹਾਂ ਆਲਰੇਡੀ। ਟਾਈਮ ਡਿਪੋਜ਼ਿਟ ਆਪਣਾ ਆਨਸਰ ਆਏਗਾ ਰਾਜੇ। ਟਾਈਮ ਡਿਪੋਜ਼ਿਟ ਦੀ ਮੈਚੋਰਿਟੀ ਕੁਛ ਫਿਕਸਡ ਪੀਰੀਅਡ ਆਫ ਟਾਈਮ ਵਾਸਤੇ ਹੁੰਦੀ ਹੈ। ਠੀਕ ਹੈ, ਆਨਸਰ ਆਏਗਾ 2 ਟਾਈਮ ਡਿਪੋਜ਼ਿਟਸ। ਠੀਕ ਹੈ ਜੀ, ਚਲੋ। ਮਾਇਨਮਾਰ ਵਾਜ਼ ਸੈਪਰੇਟਡ ਫਰੋਮ ਇੰਡੀਆ ਇਨ ਦਾ ਈਅਰ। ਸਾਡੇ ਦੇਸ਼ ਦੇ ਵਿੱਚੋਂ ਮਾਇਨਮਾਰ ਕਦੋਂ ਸੈਪਰੇਟ ਹੋਇਆ ਸੀਗਾ ਰਾਜੇ? ਦੇਖੋ ਮਾਇਨਮਾਰ ਵੀ ਬ੍ਰਿਟਿਸ਼ ਦੇ ਅੰਡਰ ਸੀਗਾ, ਈਵਨ ਕਿ ਇੰਡੀਆ ਦਾ ਹੀ ਪਾਰਟ ਸੀ ਜਦੋਂ ਅੰਗਰੇਜ਼ ਸਾਡੇ ਉੱਪਰ ਰਾਜ ਕਰ ਰਹੇ ਸੀਗੇ। ਠੀਕ ਹੈ, ਬਟ ਇੱਕ ਟਾਈਮ ਐਸਾ ਆਇਆ ਕਿ ਅੰਗਰੇਜ਼ ਕਿਉਂਕਿ ਮਿਆਂਮਾਰ ਦੇ ਵਿੱਚ ਜਿਹੜੀ ਫਰੀਡਮ ਸਟਰਗਲ ਹੈ ਬਹੁਤ ਚੱਲ ਰਹੀ ਸੀ। ਮਿਆਂਮਾਰ ਦੀ ਲੋਕੇਸ਼ਨ ਦੇਖੋ ਇੱਥੇ ਜਾਊਗੀ, ਤਾਂ ਮਿਆਂਮਾਰ ਦੇ ਵਿੱਚ ਜਿਵੇਂ ਇੰਡੀਆ ਦੇ ਵਿੱਚ ਫਰੀਡਮ ਸਟਰਗਲ ਚੱਲ ਰਹੀ ਸੀ, ਉੱਦਾਂ ਹੀ ਮਿਆਂਮਾਰ ਦੇ ਵਿੱਚ ਵੀ ਚੱਲ ਰਹੀ ਸੀਗੀ। ਈਵਨ ਦੋਨੇ ਹੀ ਜਿਹੜੇ ਏਰੀਆ ਸੀਗੇ ਇੱਕ ਦੂਸਰੇ ਨੂੰ ਕੋਆਰਡੀਨੇਟ ਕਰ ਰਹੇ ਸੀ। ਓਬਵੀਅਸਲੀ ਗੱਲ ਹੈ ਜਦੋਂ ਸੇਮ ਕੰਟਰੀ ਦੇ ਹੀ ਪਾਰਟ ਨੇਗੇ। ਠੀਕ ਹੈ, ਬਟ ਬ੍ਰਿਟਿਸ਼ਰਸ ਨੇ ਜਿਹੜੀ ਫਰੀਡਮ ਸਟਰਗਲ ਹੈ ਉਹਨੂੰ ਵੀਕ ਕਰਨ ਵਾਸਤੇ, ਤੋੜਨ ਵਾਸਤੇ ਡਿਸਾਈਡ ਕੀਤਾ ਕਿ ਦੋਨਾਂ ਹਿੱਸਿਆਂ ਨੂੰ ਤੋੜਿਆ ਜਾਵੇ। ਠੀਕ ਹੈ, ਤਾਂ ਉਹ ਪੁੱਛ ਰਿਹਾ ਜੀ ਕਦੋਂ ਤੋੜਿਆ ਗਿਆ। ਠੀਕ ਹੈ, ਤਾਂ ਰਾਜੇ ਇਹਦਾ ਆਨਸਰ ਆਏਗਾ 1935 ਦੇ ਵਿੱਚ। 1935 ਦੇ ਕਰੀਬ ਰਾਜੇ ਕੀ ਹੈ ਜਿਹੜਾ ਇਹ ਐਕਟ ਪਾਸ ਕੀਤਾ ਗਿਆ। ਐਕਚੁਅਲ ਦੇ ਵਿੱਚ 1937 ਦੇ ਵਿੱਚ ਸੈਪਰੇਟ ਹੋਇਆਗਾ। ਠੀਕ ਹੈ, ਬਟ ਸਟਿਲ ਕਿਉਂਕਿ ਇਹਦੇ ਵਿੱਚ 35 ਆਪਸ਼ਨ ਸੀ ਤਾਂ ਆਪਾਂ ਇਹ ਵੀ ਟਿਕ ਕਰ ਸਕਦੇ ਹਾਂ, ਬਿਕਾਜ਼ ਜਿਹੜਾ ਕਾਨੂੰਨ ਸੀ, ਐਕਟ ਸੀ, ਉਹ 1935 ਦੇ ਵਿੱਚ ਹੀ ਪਾਸ ਕੀਤਾ ਗਿਆ ਸੀ। ਠੀਕ ਹੈ, ਈਵਨ ਜਿਹੜੀ ਸਾਈਮਨ ਕਮਿਸ਼ਨ ਸੀ ਰਾਜੇ 1928 ਵਾਲੀ, ਸਾਈਮਨ ਕਮਿਸ਼ਨ ਨੇ ਵੀ ਇਹ ਚੀਜ਼ ਰეკਮੈਂਡ ਕੀਤੀ ਸੀ ਕਿ ਹਾਂ ਮਾਇਨਮਾਰ ਨੂੰ ਤੁਸੀਂ ਇੰਡੀਆ ਤੋਂ ਸੈਪਰੇਟ ਕਰੋ। ਇਹਦਾ ਹੋਰ ਵੀ ਰੀਜ਼ਨ ਹੈ ਰਾਜੇ, ਬਿਕਾਜ਼ ਦੇਖੋ ਐਥਨੀਕਲੀ ਅਤੇ ਜੋਗ੍ਰਾਫਿਕਲੀ ਮਾਇਨਮਾਰ ਜਿਹੜਾ ਹੈਗਾ ਇੰਡੀਅਨ ਸਬ ਕੌਂਟੀਨੈਂਟ ਦਾ ਪਾਰਟ ਕਦੇ ਵੀ ਨਹੀਂ ਹੈਗਾ ਸੀਗਾ। ਠੀਕ ਹੈ, ਇਹਨਾਂ ਦੀ ਜੋਗ੍ਰਾਫੀ ਅਲੱਗ ਹੈ, ਇਹਨਾਂ ਦੀ ਐਥਨੀਸਿਟੀ ਅਲੱਗ ਹੈ, ਸਭ ਕੁਛ ਅਲੱਗ ਹੈ ਮਾਇਨਮਾਰ ਦਾ ਇੰਡੀਆ ਨਾਲੋਂ ਬੇਸਿਕਲੀ ਮੋਟੇ ਤੌਰ 'ਤੇ ਦੇਖਿਆ ਜਾਵੇ। ਹੁਣ ਪਾਕਿਸਤਾਨ, ਅਫਗਾਨਿਸਤਾਨ, ਇਹਨਾਂ ਦੀ ਆਪਣੀ ਜੋਗ੍ਰਾਫੀ ਮਿਲਦੀ ਜੁਲਦੀ ਹੈਗੀ ਕਾਫੀ। ਠੀਕ ਹੈ, ਈਵਨ ਬੰਗਲਾਦੇਸ਼, ਇਹ ਸਾਰੇ ਇਹ ਆਪਣਾ ਇੰਡੀਅਨ ਸਬ ਕੌਂਟੀਨੈਂਟ ਦਾ ਪਾਰਟ ਹੈਗਾ, ਬਟ ਮਾਇਨਮਾਰ ਐਸ ਸੱਚ ਜੋਗ੍ਰਾਫਿਕਲੀ ਇੰਡੀਅਨ ਸਬ ਕੌਂਟੀਨੈਂਟ ਦਾ ਪਾਰਟ ਨਹੀਂ ਹੈਗਾ। ਠੀਕ ਹੈ, ਜੇ ਮੋਟੇ ਤੌਰ 'ਤੇ ਦੇਖਿਆ ਜਾਵੇ ਤਾਂ ਹਾਂ ਇਹਨਾਂ ਨੂੰ ਅਲੱਗ ਕਰਨਾ ਬਣਦਾ ਸੀ, ਔਰ ਇਹੀ ਸਰਕਾਰ ਨੇ ਬ੍ਰਿਟਿਸ਼ ਗਵਰਨਮੈਂਟ ਨੇ ਕੀਤਾ। ਤਾਂ ਫਾਈਨਲੀ 1937 ਦੇ ਵਿੱਚ ਡਿਵਾਈਡ ਕਰਤਾ, ਬਟ ਇੱਥੇ ਆਪਣਾ ਆਪਸ਼ਨ 1935 ਸੀ, ਤਾਂ ਇਹ ਵੀ ਠੀਕ ਹੈਗਾ। ਠੀਕ ਹੈ, ਚਲੋ
ਵਿਚ ਦ ਫੋਲੋਇੰਗ ਇਜ਼ ਮੋਸਟ ਪੋਰਸ ਰੋਕ। ਪੋਰਸ ਮਤਲਬ ਜਿਹਦੇ ਵਿੱਚ ਰਾਜੇ ਛੇਦ ਹੁੰਦੇ ਨੇਗੇ, ਠੀਕ ਹੈ, ਵੀ ਜਿੱਥੋਂ ਕੋਈ ਚੀਜ਼ ਪਾਸ ਕਰ ਸਕਦੀ ਹੈਗੀ। ਜਿਵੇਂ ਆਪਾਂ ਟਰਾਂਸਪੇਰੈਂਟ ਪਰਦਾ ਕਹਿ ਦਿੰਦੇ ਵੀ ਜਿਹਦੇ ਵਿੱਚੋਂ ਲਾਈਟ ਪਾਸ ਕਰਦੀ ਹੈ, ਤਾਂ ਉਹ ਵੀ ਪੋਰਸ ਹੁੰਦੀ ਹੈ ਇੱਕ ਤਰ੍ਹਾਂ ਦੀ, ਠੀਕ ਹੈ। ਜੇ ਬਿਲਕੁਲ ਹੀ ਹਾਰਡ ਹੋਈ ਤਾਂ ਉਹਦੇ ਵਿੱਚੋਂ ਲਾਈਟ ਪਾਸ ਜਾਂ ਹੋਰ ਕੋਈ ਚੀਜ਼ ਪਾਸ ਨਹੀਂ ਕਰੇਗੀ, ਠੀਕ ਹੈ। ਤਾਂ ਹੁਣ ਜਿਹੜੇ ਰਾਜੇ ਆਪਣੇ ਵਾਟਰ ਐਕੋਫਾਇਰਸ ਹੁੰਦੇ ਨੇਗੇ, ਠੀਕ ਹੈ, ਜਿਹੜਾ ਆਪਣਾ ਗਰਾਊਂਡ ਵਾਟਰਸ ਹੁੰਦੇ ਨੇਗੇ, ਠੀਕ ਹੈ, ਬੇਸਿਕਲੀ ਹਾਂਜੀ, ਠੀਕ ਹੈ। ਜਿਵੇਂ ਹੁਣ ਆਹ ਪਾਣੀ ਦਾ ਐਕੋਫਾਇਰ ਹੈਗਾ, ਠੀਕ ਹੈ, ਉੱਪਰ ਤਾਂ ਹੈਗੀ ਰਾਜੋ ਮੰਨ ਲਓ ਰਾਜੇ ਪੋਰਸ ਰੋਕ, ਨੀਚੇ ਹੈਗੀ ਹਾਰਡ ਰੋਕ, ਠੀਕ ਹੈ। ਤਾਂ ਇਹ ਜਿਹੀ ਰੋਕਸ ਆਪਣੇ ਜਿਹੜੇ ਪਾਣੀ ਦੇ ਅੰਡਰਗਰਾਊਂਡ ਵਾਟਰ ਐਕੋਫਾਇਰਸ ਨੇਗੇ, ਠੀਕ ਹੈ, ਠੀਕ ਹੈ, ਇਹ ਬਣਨ ਦੇ ਵਿੱਚ ਹੈਲਪ ਕਰਦੇ ਨੇ ਵੀ ਪਾਣੀ ਅੰਦਰ ਚਲਾ ਤਾਂ ਗਿਆ, ਇੱਥੇ ਰੁਕ ਗਿਆ ਫਿਰ, ਠੀਕ ਹੈ। ਹੁਣ ਜਿਹੜੇ ਇਹ ਵਾਲੇ ਪੋਰਸ ਰੋਕਸ ਨੇ ਆਪਣੇ ਵਾਸਤੇ ਕਾਫੀ ਇੰਪੋਰਟੈਂਟ ਨੇ। ਅਗਰ ਇਹ ਜਿਹੇ ਰੋਕਸ ਨਾ ਹੋਣ ਰਾਜੇ ਆਪਣਾ ਅੰਡਰਗਰਾਊਂਡ ਵਾਟਰ ਟੇਬਲ ਜਿਹੜਾ ਬਣੇ ਹੀ ਨਾ, ਠੀਕ ਹੈ, ਰਿਪਲੈਨਿਸ਼ ਹੋਈ ਨਾ। ਬਟ ਕਿਉਂਕਿ ਪੋਰਸ ਹੁੰਦੇ ਨੇ ਰੋਕਸ, ਤਾਂ ਕਰਕੇ ਆਪਣਾ ਵਾਟਰ ਟੇਬਲ ਦੁਬਾਰਾ ਬਣੀ ਜਾਂਦਾ ਹੈਗਾ, ਠੀਕ ਹੈ। ਤਾਂ ਰਾਜੇ ਇਹਦੇ ਵਿੱਚੋਂ ਆਪਾਂ ਨੂੰ ਦੇਖੋ ਗੈਸ ਵਰਕ ਵੀ ਕਰਾਂਗੇ ਆਪਾਂ, ਤਾਂ ਡੈਫੀਨੇਟਲੀ ਜਿਹੜਾ ਸੈਂਡਸਟੋਨ ਹੈ ਉਹ ਸਭ ਤੋਂ ਜ਼ਿਆਦਾ ਪੋਰਸ ਲੱਗਦਾ, ਠੀਕ ਹੈ। ਬਿਕਾਸ ਦੇਖੋ ਬਸਾਲਟ ਅਤੇ ਗ੍ਰੇਨਾਈਟ ਇਹ ਨਹੀਂ ਹੋ ਸਕਦੇ ਕਿਉਂਕਿ ਇਹ ਵੋਲਕੈਨਿਕ ਓਰੀਜਨ ਦੇ ਨੇਗੇ, ਅਤੇ ਇਹ ਕਾਫੀ ਮਤਲਬ ਸਟਰੋਂਗ ਹੁੰਦੇ ਨੇ, ਅਤੇ ਪੋਰਸ ਤਾਂ ਮਤਲਬ ਕਾਫੀ ਘੱਟ ਹੋਣ ਚਾਂਸਿਸ ਨੇ ਹੋਣ ਦੇ। ਸੈਂਡਸਟੋਨ ਆਪਾਂ ਨੂੰ ਦੇਖੋ ਸੁਣਨ ਨੂੰ ਵੀ ਚੀਜ਼ ਫੀਲ ਹੁੰਦੀ ਹੈ ਵੀ ਹਾਂ ਸੈਂਡਸਟੋਨ ਕੀ ਹੈ, ਪੋਰਸ ਹੋ ਸਕਦਾ ਹੈਗਾ, ਔਰ ਇਹਦੇ ਨੀਚੇ ਹੀ ਜਿਹੜੇ ਗਰਾਊਂਡ ਵਾਟਰ ਰਿਜ਼ਰਵਸ ਹੁੰਦੇ ਨੇਗੇ, ਠੀਕ ਹੈ। ਜੇ ਆਪਾਂ ਬਸਾਲਟ ਅਤੇ ਗ੍ਰੇਨਾਈਟ ਦੀ ਗੱਲ ਕਰੀਏ ਤਾਂ ਜੀ ਦੇਖੋ ਸਾਊਥ ਦੇ ਵਿੱਚ ਜਿਹੜਾ ਕੀ ਹੈ ਬੜੇ ਆਪਾਂ ਨੂੰ ਘੱਟ ਗਰਾਊਂਡ ਵਾਟਰ ਰਿਸੋਰਸਿਸ ਮਿਲਦੇ ਨੇਗੇ। ਆਪਣੇ ਨੌਰਥ ਦੇ ਵਿੱਚ ਹੀ ਹੈਗੇ ਨੇ ਜਿਹੜੇ ਹੈਗੇ ਨੇ ਜ਼ਿਆਦਾਤਰ ਗਰਾਊਂਡ ਵਾਟਰ ਰਿਸੋਰਸਿਸ ਆਪਣੇ ਰੀਵਰ ਵੈਲੀ ਦੇ ਥੱਲੇ, ਠੀਕ ਹੈ। ਤਾਂ ਸੈਂਡਸਟੋਨ ਡੈਫੀਨੇਟਲੀ ਆਨਸਰ ਆਏਗਾ ਜਿਹਦੇ ਵਿੱਚ ਕੀ ਜਿਹੜਾ ਕਿ ਸਭ ਤੋਂ ਜ਼ਿਆਦਾ ਪੋਰਸ ਰੋਕ ਹੈਗਾ, ਠੀਕ ਹੈ, ਜਿਹਦੇ ਵਿੱਚ ਕੀ ਪੈਨੀਟ੍ਰੇਸ਼ਨ ਪਾਣੀ ਦੀ ਜ਼ਿਆਦਾ ਹੋ ਸਕਦੀ ਹੈਗੀ, ਠੀਕ ਹੈ। ਤਾਂ ਆਨਸਰ ਆਏਗਾ ਰਾਜੇ ਸੈਂਡਸਟੋਨ, ਠੀਕ ਹੈ, ਬਿਲਕੁਲ। ਦ ਹੈਡ ਆਫਿਸ ਆਫ ਏਸ਼ੀਅਨ ਡਿਵੈਲਪਮੈਂਟ ਬੈਂਕ ADB ਕਰਕੇ ਆਪਣੇ ਕੋਲ ਇੱਕ ਬੈਂਕ ਅੰਦਰ ਹੈ ਜੀ, ਠੀਕ ਹੈ। ਬੇਸਿਕਲੀ ਜਾਪਾਨ ਦਾ ਲੈਡ ਇਹ ਇੰਸਟੀਟਿਊਟ ਹੈ ਇੱਕ, ਠੀਕ ਹੈ। ਜਾਪਾਨ ਦੀ ਓਨਰਸ਼ਿਪ ਬਹੁਤ ਜ਼ਿਆਦਾ ਇਹਦੇ ਵਿੱਚ ADB ਦੇ ਵਿੱਚ, ਠੀਕ ਹੈ। ਇੱਕ ਤਰ੍ਹਾਂ ਦਾ ਮਤਲਬ ਤੁਸੀਂ ਕਹਿ ਸਕਦੇ ਹੋ ਵੀ ਜਾਪਾਨ ਨੇ ਜਿਵੇਂ ਕਿ ਵੈਸਟਰਨ ਵਰਲਡ ਨੇ ਕੀਤਾ ਉੱਦਾਂ ਜਾਪਾਨ ਨੇ ਇਹ ਚੀਜ਼ ਬਣਾਈ ਹੋਈ ਹੈਗੀ ਇੱਕ ਤਰ੍ਹਾਂ ਦੀ। ਹੋਰ ਵੀ ਬਹੁਤ ਓਨਰ ਨੇ ਇਹਦੇ, ਬਟ ਜਾਪਾਨ ਦਾ ਕਾਫੀ ਕੰਟਰੀਬਿਊਸ਼ਨ ਇਹਦੇ ਵਿੱਚ, ਠੀਕ ਹੈ। ਤਾਂ ਇਹਦੀ ਹੀ ਪੁੱਛ ਰਿਹਾ ਹਾਂ ਇਹਦੀ ਲੋਕੇਸ਼ਨ ਰਾਜੇ ਟੋਕੀਓ ਦੇ ਵਿੱਚ ਨਹੀਂ ਆਏਗੀ, ਠੀਕ ਹੈ। ਹਾਲਾਂਕਿ ਜਾਪਾਨ ਦਾ ਇੰਸਟੀਟਿਊਟ ਇੱਕ ਤਰ੍ਹਾਂ ਦਾ, ਬਟ ਸਟਿਲ ਟੋਕੀਓ ਦੇ ਵਿੱਚ ਨਹੀਂ। ਤਾਂ ਇਹਦਾ ਹੈਡ ਆਫਿਸ ਪੁੱਛ ਰਿਹਾ ਰਾਜੇ, ਇਹਦਾ ਆਨਸਰ ਆਏਗਾ ਰਾਜੇ D ਮਨੀਲਾ। ਤਾਂ ਫਿਲੀਪਾਈਨਸ ਦੇ ਵਿੱਚ ਜਿਹੜੇ ADB ਦੇ ਹੈਡਕੁਆਟਰਸ ਨੇ ਰਾਜੇ, ਫਿਲੀਪਾਈਨਸ ਦੇਸ਼ ਹੈਗਾ ਆਪਣਾ, ਠੀਕ ਹੈ। ਫਿਲੀਪਾਈਨਸ ਦੀ ਕੈਪੀਟਲ ਕਿਹੜੀ ਹੈ? ਮਨੀਲਾ ਓਬਵੀਅਸਲੀ। ਤਾਂ ਫਿਲੀਪਾਈਨਸ ਦੇ ਵਿੱਚ ਜਿਹੜੇ ਕੀ ਹੈ ADB ਦੇ ਹੈਡਕੁਆਟਰਸ ਨੇਗੇ। ਕੁਆਲਾਲੰਪੁਰ ਕਿਹਦੀ ਰਾਜੀ ਕੈਪੀਟਲ ਹੈ? ਮਲੇਸ਼ੀਆ ਦੀ। ਟੋਕੀਓ ਜਾਪਾਨ ਦੀ ਪਤਾ ਆਪਾਂ ਨੂੰ। ਬੈਂਕਾਕ ਕਿਹਦੀ ਹੈ? ਥਾਈਲੈਂਡ ਦੀ, ਠੀਕ ਹੈ। ਇਹ ਸਾਰੇ ਕੈਪੀਟਲਸ ਵੀ ਪਤਾ ਨੇ। ਹੁਣ ਰਾਜੇ ADB ਤੋਂ ਇਲਾਵਾ ਵੀ ਆਪਣੇ ਕੋਲ ਹੋਰ ਬੈਂਕਸ ਨੇ ਇੱਕ ਦੋ, ਠੀਕ ਹੈ, ਜਿਹੜੇ ਜਿਵੇਂ ਕਿ AIIB, ਠੀਕ ਹੈ, ਏਸ਼ੀਅਨ ਇੰਫਰਾਸਟਰਕਚਰ ਇਨਵੈਸਟਮੈਂਟ ਬੈਂਕ, ਠੀਕ ਹੈ। ਇਸ ਤੋਂ ਇਲਾਵਾ ਰਾਜੀ ਇੱਕ ਹੈਗਾ ਆਪਣੇ ਕੋਲ NDB, ਨਿਊ ਡਿਵੈਲਪਮੈਂਟ ਬੈਂਕ, ਜਿਹਨੂੰ ਆਪਾਂ ਬ੍ਰਿਕਸ ਬੈਂਕ ਵੀ ਕਹਿ ਦਿੰਦੇ ਹਾਂ। ਬ੍ਰਿਕਸ ਬੈਂਕ ਜਿਹਦਾ ਕਿ ਇੰਡੀਆ ਵੀ ਪਾਰਟ ਹੈਗਾ ਇੱਕ, ਬ੍ਰਿਕਸ ਬੈਂਕ ਵੀ ਕਹਿੰਦੇ ਨੇ, ਠੀਕ ਹੈ। ਤਾਂ ਇਹਨਾਂ ਦੇ ਵੀ ਹੈਡਕੁਆਟਰਸ ਦੇਖ ਲੈਂਦੇ ਹਾਂ। ਜਿਹੜਾ ਦੋਨਾਂ ਦੇ ਹੈਡਕੁਆਟਰਸ ਚਾਈਨਾ ਦੇ ਵਿੱਚ ਨੇਗੇ, ਧਿਆਨ ਦੇਣਾ ਦੋਨਾਂ ਦੇ ਹੈਡਕੁਆਟਰਸ ਚਾਈਨਾ ਦੇ ਵਿੱਚ ਨੇ, ਠੀਕ ਹੈ। AIIB ਅਤੇ NDB, ਠੀਕ ਹੈ। ਦੇਖ ਲੈਣ ਕਿਹੜੇ ਕਿਹੜੇ ਸ਼ਹਿਰ ਦੇ ਵਿੱਚ ਨੇ, ਸ਼ਹਿਰ ਇੰਪੋਰਟੈਂਟ ਨੇਗੇ। ਜਿਹੜਾ ਰਾਜੇ AIIB ਹੈ ਇਹਦੇ ਹੈਡਕੁਆਟਰਸ ਹੈਗੇ ਨੇ ਬੀਜਿੰਗ ਦੇ ਵਿੱਚ, ਜਿਹੜੀ ਕਿ ਚਾਈਨਾ ਦੀ ਕੈਪੀਟਲ ਹੈਗੀ ਹੈ, ਠੀਕ ਹੈ। ਜਿਹੜਾ NDB ਹੈ ਰਾਜੇ ਬ੍ਰਿਕਸ ਬੈਂਕ ਹੈ, ਇਹਦੀ ਕੈਪੀਟਲ ਹੈਗੀ, ਇਹਦੇ ਹੈਡਕੁਆਟਰਸ ਰਾਜੇ ਹੈਗੇ ਨੇ ਸ਼ੰਘਾਈ ਦੇ ਵਿੱਚ। ਕਾਫੀ ਇੰਪੋਰਟੈਂਟ ਨੇ ਦੋਨੇ, ਠੀਕ ਹੈ। ਹੁਣ ਦੇਖੋ ਬੀਜਿੰਗ ਅਤੇ ਸ਼ੰਘਾਈ ਦੇ ਵਿੱਚ ਕਨਫਿਊਜ਼ ਨਹੀਂ ਹੋਣਾ, ਇਹਨੂੰ ਯਾਦ ਕਰਨ ਦਾ ਤਰੀਕਾ ਹੈਗਾ ਵੀ ਜਿਹਦੇ ਨਾਲ A ਆਉਂਦਾ ਉਹਦੇ ਨਾਲ ਆਊਗਾ ਆਪਣਾ B, ਠੀਕ ਹੈ। A ਦੇ ਨਾਲ ਬੀਜਿੰਗ ਆਊਗਾ, ਠੀਕ ਹੈ। ਦੇਖੋ ADB ਜਾਪਾਨ ਅਲੱਗ ਤੋਂ ਯਾਦ ਕਰਨਾ, ਠੀਕ ਹੈ। ਜੇ ਅਗਰ AIIB ਅਤੇ NDB ਦੇ ਵਿੱਚ ਕਨਫਿਊਜ਼ਨ ਹੋਊਗੀ ਆਪਾਂ ਨੂੰ, ਠੀਕ ਹੈ, ਤਾਂ ਆਪਾਂ ਨੂੰ A ਤੋਂ B ਯਾਦ ਆ ਜਾਊਗਾ, ਠੀਕ ਹੈ। ਇਹ ਆਪਾਂ ਨੇ ਯਾਦ ਕਰਨਾ। ਅਤੇ ਜਿਹੜਾ ਰਹਿ ਗਿਆ ਉਹ ਸ਼ੰਘਾਈ ਦੇ ਵਿੱਚ ਹੈ, ਕਿਉਂਕਿ ਬੀਜਿੰਗ ਅਤੇ ਸ਼ੰਘਾਈ ਹੀ ਦੋ ਇੰਪੋਰਟੈਂਟ ਜਿਹੜੇ ਸਭ ਤੋਂ ਸਿਟੀਜ਼ ਨੇਗੇ ਚਾਈਨਾ ਦੇ ਵਿੱਚ, ਠੀਕ ਹੈ। ਚਲੋ, ਕਾਲਾਹਾਰੀ ਡੈਜ਼ਰਟ ਇਜ਼ ਇਨ ਦ ਕੰਟਰੀ ਆਫ। ਕਾਲਾਹਾਰੀ ਡੈਜ਼ਰਟ ਰਾਜੇ ਕਿਹੜੇ ਦੇਸ਼ ਦੇ ਵਿੱਚ ਹੈ? ਪਹਿਲੀ ਗੱਲ ਤੁਹਾਨੂੰ ਮੈਂ ਹਿੰਟ ਦੇ ਦੇਣਾ ਕਿ ਇਹ ਅਫਰੀਕਨ ਕੰਟਰੀ ਦੇ ਵਿੱਚ ਹੈ, ਅਫਰੀਕਾ ਦੇ ਵਿੱਚ ਹੈ। ਤਾਂ ਚਾਈਨਾ ਤਾਂ ਨਹੀਂ ਆਊਗਾ, ਠੀਕ ਹੈ। ਇਹ ਬਾਕੀ ਤਿੰਨੋਂ ਦੇਸ਼ ਜਿਹੜੇ ਅਫਰੀਕਾ ਦੇ ਵਿੱਚ ਹੀ ਹੈਗੇ ਨੇ, ਕੋਂਗੋ ਵੀ, ਬੋਟਸਵਾਨਾ ਵੀ ਅਤੇ ਕੈਨੀਆ ਵੀ। ਤਾਂ ਰਾਜੇ ਕਾਲਾਹਾਰੀ ਡੈਜ਼ਰਟ ਜਿਹੜਾ ਹੈਗਾ ਉਹ ਬੋਟਸਵਾਨਾ ਕੰਟਰੀ ਦੇ ਵਿੱਚ ਹੈ, ਦੇਸ਼ ਦੇ ਵਿੱਚ ਹੈਗਾ, ਠੀਕ ਹੈ। ਦੇਖਦੇ ਹਾਂ, ਇਹ ਰਾਜੇ ਅਫਰੀਕਾ ਦਾ ਮੈਪ ਹੈਗਾ, ਅਤੇ ਬੋਟਸਵਾਨਾ ਰਾਜੇ ਇੱਥੇ ਸਾਊਥ ਦੇ ਵਿੱਚ ਆ ਗਿਆ, ਠੀਕ ਹੈ। ਸਾਊਥ ਅਫਰੀਕਾ ਦੇ ਨਾਲ ਬਾਰਡਰ ਲੱਗਦਾ ਇਹਦਾ। ਤਾਂ ਮੈਕਸੀਮਮ ਜਿਹੜਾ ਕਾਲਾਹਾਰੀ ਡੈਜ਼ਰਟ ਹੈ ਇਸੇ ਦੇਸ਼ ਦੇ ਵਿੱਚ ਹੈ, ਬੋਟਸਵਾਨਾ ਦੇ ਵਿੱਚ ਹੈ। ਕੁਝ ਪੋਰਸ਼ਨ ਇਹਦਾ ਨਮੀਬੀਆ ਦੇ ਵਿੱਚ ਅਤੇ ਸਾਊਥ ਅਫਰੀਕਾ ਦੇ ਵਿੱਚ ਵੀ ਹੈ, ਬਟ ਮੇਜਰ ਪੋਰਸ਼ਨ ਬੋਟਸਵਾਨਾ ਦੇ ਵਿੱਚ ਹੀ ਹੈ। ਕਿਹਦਾ? ਕਾਲਾਹਾਰੀ ਡੈਜ਼ਰਟ ਦਾ, ਠੀਕ ਹੈ। ਰਾਜੇ ਇਸ ਡੈਜ਼ਰਟ ਦੀ ਇੱਕ ਹੋਰ ਫੇਮਸ ਚੀਜ਼ ਹੈਗੀ ਹੈ, ਇਹਦੇ ਦੀ ਟਰਾਈਬਸ ਜਿਹੜੀ ਕਿ ਇਸ ਡੈਜ਼ਰਟ ਦੇ ਵਿੱਚ ਰਹਿੰਦੀ ਹੈ, ਉਹਦਾ ਨਾਮ ਹੈਗਾ ਰਾਜੇ ਬੁਸ਼ਮੈਨ। ਕਾਫੀ ਇੰਪੋਰਟੈਂਟ ਨਾਮ ਹੈ ਵੀ। ਤੁਹਾਨੂੰ ਪਤਾ ਰਾਜੇ ਕਈ ਟਰਾਈਬਸ ਬਾਰੇ ਵੀ ਪੁੱਛਿਆ ਜਾਂਦਾ, ਕਿਹੜੀ ਜਗ੍ਹਾ ਦੇ ਵਿੱਚ ਕਿਹੜੇ ਟਰਾਈਬਸ ਰਹਿੰਦੇ ਨੇ, ਠੀਕ ਹੈ। ਜਿਵੇਂ ਇੰਡੋਨੇਸ਼ੀਆ ਵਗੈਰਾ ਦੇ ਵਿੱਚ ਕਿਹੜੇ ਟਰਾਈਬਸ ਰਹਿੰਦੇ ਨੇ, ਆਪਣੇ ਸਹਾਰਾ ਡੈਜ਼ਰਟ ਦੇ ਵਿੱਚ ਕਿਹੜੇ ਟਰਾਈਬਸ ਰਹਿੰਦੇ ਨੇਗੇ, ਠੀਕ ਹੈ। ਤਾਂ ਇਹ ਵੀ ਟਰਾਈਬਸ ਆਪਣੇ ਇੰਪੋਰਟੈਂਟ ਨੇ, ਇਹ ਵੀ ਤੁਸੀਂ ਧਿਆਨ ਨਾਲ ਕਰਨਾ ਥੋੜ੍ਹਾ ਜਿਹਾ। ਕਾਲਾਹਾਰੀ ਡੈਜ਼ਰਟ ਦੇ ਵਿੱਚ ਕੌਣ ਰਹਿੰਦੇ ਨੇ? ਬੁਸ਼ਮੈਨ ਰਹਿੰਦੇ ਨੇਗੇ। ਚਲੋ,
ਦ ਸਿਵਲ ਸਰਵਿਸ ਇਨ ਇੰਡੀਆ ਵਾਸ ਆਰਗੇਨਾਈਜ਼ਡ ਬਾਈ, ਈਜ਼ੀ ਕੁਐਸਚਨ ਹੈ ਰਾਜੇ, ਆਲਮੋਸਟ ਸਭ ਨੂੰ ਆਉਂਦਾ ਹੁੰਦਾ ਇਹ, ਹੈ ਨਾ। ਠੀਕ ਹੈ, ਬੇਸਿਕਲੀ ਜਿਹਨੂੰ ਆਪਾਂ ਫਾਦਰ ਆਫ ਸਿਵਲ ਸਰਵਿਸਿਜ਼ ਵੀ ਕਹਿ ਦਿੰਦੇ ਹਾਂ, ਫਾਦਰ ਆਫ ਸਿਵਲ ਸਰਵਿਸਿਜ਼। ਠੀਕ ਹੈ, ਕਿਹਨੂੰ ਕਹਿੰਦੇ ਰਾਜੇ ਆਪਾਂ? ਲਾਰਡ ਕਾਰਨਵਾਲਿਸ ਨੂੰ। ਠੀਕ ਹੈ, ਲਾਰਡ ਕਾਰਨਵਾਲਿਸ ਸਾਡੇ ਕੀ ਨੇ? ਫਾਦਰ ਆਫ ਸਿਵਲ ਸਰਵਿਸਿਜ਼ ਨੇਗੇ, ਬਿਕਾਜ਼ ਇਹਨਾਂ ਨੇ ਕੀ ਲੈ ਕੇ ਆਉਂਦਾ ਰਾਜੇ? ਇੱਕ ਕਾਰਨਵਾਲਿਸ ਕੋਡ ਲੈ ਕੇ ਆਉਂਦਾ। ਠੀਕ ਹੈ, ਜਿਹਦੇ ਵਿੱਚ ਕੀ ਇਹਨਾਂ ਨੇ ਸਾਰਾ ਰੈਵਨਿਊ ਅਤੇ ਜਿਹੜਾ ਜੁਡੀਸ਼ਰੀ ਸੀ ਉਹਨੂੰ ਸੈਪਰੇਟ ਕੀਤਾ, ਅਤੇ ਜਿਹੜਾ ਸਾਰਾ ਆਪਣਾ ਸਿਵਲ ਸਰਵਿਸਿਜ਼ ਸੀ ਉਹਨੂੰ ਵੀ ਇੱਕ ਔਰਗਨਾਈਜ਼ਡ ਫਾਰਮ ਦਿੱਤਾ। ਠੀਕ ਹੈ, ਇਸੇ ਕਰਕੇ ਇਹਨਾਂ ਨੂੰ ਫਾਦਰ ਆਫ ਸਿਵਲ ਸਰਵਿਸਿਜ਼ ਕਹਿ ਦਿੰਦੇ ਆਪਾਂ। ਹੋਰ ਰਾਜੇ ਲਾਰਡ ਕਾਰਨਵਾਲਿਸ ਦੀ ਕੀ ਕੰਟਰੀਬਿਊਸ਼ਨ ਸੀ? ਇੱਕ ਸੀਗਾ ਪਰਮਾਨੈਂਟ ਸੈਟਲਮੈਂਟ, ਇਹ ਵੀ ਕਾਫੀ ਇੰਪੋਰਟੈਂਟ ਕੁਐਸਚਨ ਹੈ, ਕਈ ਵਾਰੀ ਰਿਪੀਟ ਹੋਏਗਾ। ਪਰਮਾਨੈਂਟ ਸੈਟਲਮੈਂਟ ਕੀ ਸੀ? ਬੇਸਿਕਲੀ ਰਾਜੇ ਇੱਕ ਰੈਵਨਿਊ ਸਿਸਟਮ ਸੀਗਾ। ਠੀਕ ਹੈ, ਮਤਲਬ ਜਿਹੜੀ ਕਿ ਤੁਸੀਂ ਜਿਹੜਾ ਟੈਕਸੇਸ਼ਨ ਕਰਨੀ ਹੈਗੀ, ਲੈਣੀ ਹੈ ਮਤਲਬ ਕਿਸਾਨਾਂ ਤੋਂ, ਠੀਕ ਹੈ, ਰੈਵਨਿਊ ਲੈਣਾ, ਉਹ ਕਿਵੇਂ ਕਲੈਕਟ ਕਰਨਾ। ਠੀਕ ਹੈ, ਉਹ ਪਰਮਾਨੈਂਟ ਸੈਟਲਮੈਂਟ ਜਿਹੜਾ ਸਿਸਟਮ ਸੀਗਾ 1793 ਦੇ ਵਿੱਚ ਲਾਰਡ ਕਾਰਨਵਾਲਿਸ ਲੈ ਕੇ ਆਏ। ਠੀਕ ਹੈ ਜੀ, ਚਲੋ। ਤੇ ਰਾਜੇ ਹੁਣ ਦੇਖੋ, ਇਹ ਤਾਂ ਹੈਗਾ ਫਾਦਰ ਆਫ ਸਿਵਲ ਸਰਵਿਸਿਜ਼। ਠੀਕ ਹੈ, ਲਾਰਡ ਕਾਰਨਵਾਲਿਸ ਫਾਦਰ ਆਫ ਸਿਵਲ ਸਰਵਿਸਿਜ਼ ਹੈ। ਅਗਰ ਕੁਐਸਚਨ ਆਉਂਦਾ ਹੈ ਫਾਦਰ ਆਫ ਆਲ ਇੰਡੀਆ ਸਰਵਿਸਿਜ਼, ਆਲ ਇੰਡੀਆ AIS, ਠੀਕ ਹੈ, ਜਿਵੇਂ ਕਿ ਸਾਡੇ IAS ਹੋ ਗਿਆ, IPS ਹੋ ਗਿਆ, ਠੀਕ ਹੈ, ਇਹ ਸਾਡੇ ਕੀ ਨੇ? ਆਲ ਇੰਡੀਆ ਸਰਵਿਸਿਜ਼ ਨੇਗੇ। ਤਾਂ ਫਾਦਰ ਆਫ ਆਲ ਇੰਡੀਆ ਸਰਵਿਸਿਜ਼ ਹੋਊਗਾ ਰਾਜੇ ਆਪਣਾ ਸਰਦਾਰ ਪਟੇਲ ਸਾਹਿਬ। ਠੀਕ ਹੈ, ਧਿਆਨ ਦੇਣਾ ਇਸ ਚੀਜ਼ 'ਤੇ। ਫਾਦਰ ਆਫ ਸਿਵਲ ਸਰਵਿਸਿਜ਼ ਕਾਰਨਵਾਲਿਸ, ਫਾਦਰ ਆਫ ਆਲ ਇੰਡੀਆ ਸਰਵਿਸਿਜ਼ ਹੋ ਗਿਆ ਆਪਣਾ ਸਰਦਾਰ ਪਟੇਲ। ਠੀਕ ਹੈ, ਚਲੋ। ਇਨ ਵਿਚ ਵੇ ਸਾਰਨਾਥ ਇਜ਼ ਐਸੋਸੀਏਟਡ ਵਿਦ ਲੋਰਡ ਬੁੱਧਾ। ਸਾਰਨਾਥ ਲੋਰਡ ਬੁੱਧਾ ਨਾਲ ਕਿਵੇਂ ਕੰਸਰਨਡ ਹੈ ਰਾਜੇ? ਈਜ਼ੀ ਕੁਐਸਚਨ ਹੈਗਾ। ਸਾਰਨਾਥ ਦੇ ਵਿੱਚ ਰਾਜੇ ਲੋਰਡ ਬੁੱਧਾ ਨੇ ਆਪਣਾ ਪਹਿਲਾ ਸਰਮਨ ਦਿੱਤਾ ਸੀਗਾ। ਠੀਕ ਹੈ, ਐਨਲਾਈਟਨਮੈਂਟ ਤੋਂ ਬਾਅਦ ਜਿਹੜੀ ਪਹਿਲੀ ਆਪਣੀ ਇੱਕ ਪ੍ਰੀਚਿੰਗ ਸੀਗੀ ਜਾਂ ਪਹਿਲੀ ਆਪਣਾ ਸੰਦੇਸ਼ ਸੀਗਾ ਜਿਹੜਾ ਲੋਕਾਂ ਨੂੰ ਦਿੱਤਾ, ਉਹ ਸਾਰਨਾਥ ਦੇ ਵਿੱਚ ਦਿੱਤਾ ਸੀ ਰਾਜੇ। ਠੀਕ ਹੈ, ਬਨਾਰਸ ਦੇ ਕੋਲੇ ਹੈਗਾ, UP ਦੇ ਵਿੱਚ। ਠੀਕ ਹੈ, ਤਾਂ ਆਪਣਾ ਆਨਸਰ ਹੈਗਾ ਰਾਜੇ D, ਕਿ ਹੀ ਪ੍ਰੀਚਡ ਹਿਜ਼ ਫਸਟ ਸਰਮਨ ਦੇਅਰ। ਸਾਰਨਾਥ ਦੇ ਵਿੱਚ ਪਹਿਲਾ ਆਪਣਾ ਸੰਦੇਸ਼ ਜਿਹੜਾ ਕੀ ਹੈ, ਪ੍ਰੀਚਿੰਗ ਦਿੱਤੀ ਲੋਕਾਂ ਨੂੰ। ਠੀਕ ਹੈ, ਜੇ ਗੱਲ ਕਰੀਏ ਰਾਜੇ ਬੌਰਨ ਦੀ, ਕਿੱਥੇ ਜਨਮ ਕਿੱਥੇ ਹੋਇਆ ਸੀ ਇਹਨਾਂ ਦਾ? ਲੁੰਬੀਨੀ ਦੇ ਵਿੱਚ। ਲੁੰਬੀਨੀ ਦੇ ਵਿੱਚ ਹੋਇਆ ਸੀ ਰਾਜੇ। ਕਿਹੜੀ ਇਨਸਕ੍ਰਿਪਸ਼ਨ ਤੋਂ ਪਤਾ ਲੱਗਦਾ ਆਪਾਂ ਨੂੰ? ਰੋਮਨ ਦੇਈ ਇਨਸਕ੍ਰਿਪਸ਼ਨ। ਇਹ ਵੀ ਇੱਕ ਇੰਪੋਰਟੈਂਟ ਕੁਐਸਚਨ ਆਉਂਦਾ ਰਾਜੇ। ਰੋਮਨ ਦੇਈ ਕਰਕੇ, ਹੁਣ ਸਪੈਲਿੰਗ ਤੁਸੀਂ ਚੈੱਕ ਕਰ ਲਓ ਪਲੀਜ਼। ਰੋਮਨ ਦੇਈ ਇਨਸਕ੍ਰਿਪਸ਼ਨ ਕਰਕੇ ਆਪਣੇ ਕੋਲ ਇੱਕ ਇਨਸਕ੍ਰਿਪਸ਼ਨ ਆਉਂਦੀ ਹੈ ਅਸ਼ੋਕ ਦੀ। ਠੀਕ ਹੈ, ਅਸ਼ੋਕ ਦੀ ਹੀ ਇਨਸਕ੍ਰਿਪਸ਼ਨ ਹੈ, ਵੀ ਧਿਆਨ ਦੇਣਾ ਹੈ। ਅਸ਼ੋਕ ਦੀ ਇਨਸਕ੍ਰਿਪਸ਼ਨ ਤੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਲਾਰਡ ਬੁੱਧਾ ਦਾ ਜਿਹੜਾ ਬਰਥ ਸੀਗਾ ਉਹ ਲੁੰਬੀਨੀ ਦੇ ਵਿੱਚ ਹੋਇਆ। ਉਸ ਇਨਸਕ੍ਰਿਪਸ਼ਨ ਦਾ ਨਾਮ ਹੈਗਾ ਰਾਜੇ ਲੁੰਬੀਨੀ ਇਨਸਕ੍ਰਿਪਸ਼ਨ, ਜਾਂ ਫਿਰ ਰੋਮਨ ਦੇਈ ਇਨਸਕ੍ਰਿਪਸ਼ਨ ਕਹਿ ਦਿੰਦੇ ਨੇ। ਠੀਕ ਹੈ, ਇਸ ਇਨਸਕ੍ਰਿਪਸ਼ਨ ਦੇ ਵਿੱਚ ਰਾਜੇ ਦੋ ਚੀਜ਼ਾਂ ਲਿਖੀਆਂ ਹੋਈਆਂ ਨੇ। ਇੱਕ ਤਾਂ ਇਹੀ ਕਿ ਹਾਂ ਬੁੱਧਾ ਦਾ ਬਰਥ ਲੁੰਬੀਨੀ ਦੇ ਵਿੱਚ ਹੋਇਆ ਸੀਗਾ। ਦੂਸਰਾ ਰਾਜੇ ਕਿ ਜਿਹੜੇ ਟੈਕਸ ਐਫਰਟਸ ਵੀ ਅਸ਼ੋਕ ਨੇ ਲੁੰਬੀਨੀ ਦੇ ਜਿਹੜਾ ਰੀਜਨ ਸੀ ਉਹਨਾਂ ਨੂੰ ਟੈਕਸ ਇਨਸੈਂਟਿਵ ਦਿੱਤੇ। ਠੀਕ ਹੈ, ਉਹਨਾਂ ਨੂੰ ਟੈਕਸ ਦੇ ਵਿੱਚ ਛੋਟਾਂ ਦਿੱਤੀਆਂ। ਕਾਰਨ ਇਹੀ ਸੀ ਵੀ ਬੁੱਧਾ ਦਾ ਇੱਥੇ ਜਨਮ ਹੋਇਆ ਸੀਗਾ। ਤਾਂ ਦੋ ਕੁਐਸਚਨ ਆਉਂਦੇ ਹੁੰਦੇ ਨੇ ਰਾਜੇ ਕਿ ਲੁੰਬੀਨੀ ਬਰਥ ਪਲੇਸ ਹੈਗਾ ਬੁੱਧਾ ਦਾ ਕਿੱਥੇ, ਕਿਹਦੀ ਇਨਸਕ੍ਰਿਪਸ਼ਨ ਹੈ? ਇਹ ਅਸ਼ੋਕ ਦੀ ਇਨਸਕ੍ਰਿਪਸ਼ਨ ਹੈਗੀ ਹੈ। ਨਾਮ ਕੀ ਹੈ ਉਸ ਇਨਸਕ੍ਰਿਪਸ਼ਨ ਦਾ? ਰੋਮਨ ਦੇਈ ਹੈਗਾ। ਇੱਕ ਕੁਐਸਚਨ ਆਉਂਦਾ ਵੀ ਜਿਹੜਾ ਟੈਕਸ ਇਨਸੈਂਟਿਵ ਬਾਰੇ, ਟੈਕਸ ਰਿਡਕਸ਼ਨ ਬਾਰੇ ਜਿਹੜੇ ਕਿ ਚੀਜ਼ਾਂ ਲਿਖੀਆਂ ਨੇ ਅਸ਼ੋਕ ਦੀਆਂ, ਉਹ ਕਿਹੜੀ ਇਨਸਕ੍ਰਿਪਸ਼ਨ ਵਿੱਚ? ਤਾਂ ਉਹ ਵੀ ਰਾਜੇ ਰੋਮਨ ਦੇਈ ਦੇ ਵਿੱਚ ਲਿਖਦੇ ਨੇ। ਠੀਕ ਹੈ, ਤਾਂ ਇੱਕ ਕੁਐਸਚਨ ਦੇ ਵਿੱਚ ਆਪਾਂ 5 ਚੀਜ਼ਾਂ ਹੋਰ ਪੜ੍ਹ ਰਹੇ ਹਾਂ। ਠੀਕ ਹੈ, ਧਿਆਨ ਦੇਣਾ ਇਸ ਚੀਜ਼ 'ਤੇ। yen ਇਜ਼ ਦ ਕਰੰਸੀ ਆਫ ਰਾਜੇ, ਈਜ਼ੀ ਕੁਐਸਚਨ ਹੈ ਔਰ ਪੰਜਾਬ ਦੇ ਪੇਪਰਾਂ ਦੇ ਵਿੱਚ ਕਾਫੀ ਪੁੱਛੇ ਜਾਂਦੇ ਨੇ ਕਰੰਸੀਜ਼ ਵਗੈਰਾ। ਠੀਕ ਹੈ, ਪਟਵਾਰੀ ਵਰਗੇ ਐਗਜ਼ਾਮ ਦੇ ਵਿੱਚ ਵੀ, ਈਵਨ SI ਦੇ ਵਿੱਚ ਵੀ ਪੁੱਛਿਆ ਜਾ ਸਕਦਾ ਹੈਗਾ। ਠੀਕ ਹੈ, ਈਵਨ ਸਪੈਸੀਫਿਕਲੀ ਆਪਾਂ ਦੇਖੋ ਸਾਰਾ ਕੋਰਸ ਇਹ ਸਬ ਇੰਸਪੈਕਟਰ ਵਾਸਤੇ ਕਰ ਰਹੇ ਹਾਂ, ਪੰਜਾਬ SI ਵਾਸਤੇ ਕਰ ਰਹੇ ਹਾਂ। ਠੀਕ ਹੈ, ਤੁਸੀਂ ਦੇਖ ਰਹੇ ਹੋਗੇ ਲੈਵਲ ਕੁਐਸਚਨਸ ਦਾ ਐਗਜ਼ੈਕਟਲੀ ਉਹੀ ਲੈਵਲ, ਨਾ ਹੀ ਉੱਪਰ ਨਾ ਹੀ ਜ਼ਿਆਦਾ ਨੀਚੇ। ਠੀਕ ਹੈ, ਤਾਂ ਐਗਜ਼ੈਕਟਲੀ ਆਪਾਂ ਸਬ ਇੰਸਪੈਕਟਰ ਵਾਲਾ ਲੈਵਲ ਹੀ ਜਿਹੜਾ ਕਿ ਟਾਰਗੇਟ ਕਰ ਰਹੇ ਹਾਂ ਇਸ ਵੀਡੀਓ ਦੇ ਵਿੱਚ। ਤਾਂ ਰਾਜੇ ਇਹਦਾ ਆਨਸਰ ਹੈਗਾ ਡੈਫੀਨਿਟਲੀ, ਨਾਮ ਤੋਂ ਪਤਾ ਪਾਉਣਾ ਈਜ਼ੀ ਕੁਐਸਚਨ ਹੈ। ਜਾਪਾਨ ਦੀ ਜਿਹੜੀ ਕਰੰਸੀ ਹੈ ਰਾਜੇ ਉਹ ਯੈਨ ਹੈਗੀ ਹੈ। ਠੀਕ ਹੈ, ਹੋਰ ਦੇਖ ਲੈਂਦੇ ਹਾਂ। ਰਸ਼ੀਆ ਦੀ ਕੀ ਹੈ ਰਾਜੇ? ਰੂਬਲ ਹੈਗੀ ਹੈ। ਪਾਕਿਸਤਾਨ ਦੀ ਪਾਕਿਸਤਾਨੀ ਰੁਪੀ ਹੈਗਾ ਰਾਜੇ। ਠੀਕ ਹੈ, ਫਰਾਂਸ ਦੀ ਕੀ ਹੈ ਰਾਜੇ? ਯੂਰੋ। ਫਰਾਂਸ ਦੀ ਯੂਰੋ ਹੈਗੀ ਹੈ। ਪਹਿਲਾਂ ਫਰਾਂਸ ਦੀ ਕੀ ਹੁੰਦੀ ਸੀ ਰਾਜੇ? ਫਰੈਂਕ ਹੁੰਦੇ ਸੀਗੇ। ਠੀਕ ਹੈ, ਬਟ ਹੁਣ ਯੂਰੋ ਹੀ ਹੈਗੀ ਹੈ ਕਰੰਸੀ ਫਰਾਂਸ ਦੀ, ਜਿਹੜੀ ਕਿ ਸਾਰੇ ਦੇ ਸਾਰੇ ਯੂਰੋਜ਼ੋਨ ਦੀ ਹੈਗੀ ਹੈ। ਯੂਰੋਜ਼ੋਨ ਬੇਸਿਕਲੀ ਕਿਹੜਾ ਰੀਜਨ ਹੈ ਰਾਜੇ? ਯੂਰਪੀਅਨ ਯੂਨੀਅਨ ਤੋਂ ਡਿਫਰੈਂਟ ਹੈ। ਯੂਰਪੀਅਨ ਯੂਨੀਅਨ ਦੇ ਵਿੱਚ ਦੇਖੋ 27 ਸਟੇਟਸ ਨੇ ਆਫਟਰ UK, ਜਦੋਂ ਕਿ UK ਖਤਮ ਹੋ ਗਿਆ ਹੁਣ, ਤਾਂ 27 ਸਟੇਟਸ ਨੇ। ਬਟ ਯੂਰੋਜ਼ੋਨ ਦੇ ਵਿੱਚ ਰਾਜੇ ਘੱਟ ਸਟੇਟਸ ਨੇ, ਘੱਟ ਕੰਟਰੀਜ਼ ਨੇਗੀਆਂ। ਤਾਂ ਯੂਰੋਜ਼ੋਨ ਉਹ ਕੰਟਰੀਜ਼ ਨੇਗੀਆਂ ਜਿਨ੍ਹਾਂ ਦੀ ਸਾਰਿਆਂ ਦੀ ਕਰੰਸੀ ਯੂਰੋ ਹੈਗੀ ਹੈ। ਠੀਕ ਹੈ, ਸਾਰੇ ਯੂਰਪੀਅਨ ਯੂਨੀਅਨ ਦੀ ਕਰੰਸੀ ਯੂਰੋ ਨਹੀਂ ਹੈਗੀ। ਇਕੱਲੇ ਯੂਰੋਜ਼ੋਨ ਦੇ ਜਿਹੜੇ ਕੰਟਰੀਜ਼ ਨੇ ਉਹਨਾਂ ਦੀ ਕਰੰਸੀ ਯੂਰੋ ਹੈਗੀ ਹੈ। ਜਿਵੇਂ ਆਪਾਂ ਗੱਲ ਕਰੀਏ UK ਦੀ, ਚਲੋ ਹੁਣ ਤਾਂ ਬ੍ਰਿਟੇਨ ਯੂਰਪੀਅਨ ਯੂਨੀਅਨ ਦਾ ਪਾਰਟ ਨਹੀਂ ਹੈਗਾ, ਬਟ ਜਦੋਂ UK ਯੂਰਪੀਅਨ ਯੂਨੀਅਨ ਦੇ ਵਿੱਚ ਸੀਗਾ ਉਸ ਟਾਈਮ 'ਤੇ ਵੀ UK ਦੀ ਜਿਹੜੀ ਆਪਣੀ ਹੀ ਕਰੰਸੀ ਸੀ ਉਹ ਕਿਹੜੀ ਸੀ? ਆਪਾਂ ਨੂੰ ਪਤਾ ਹੈ ਪਾਊਂਡ ਸੀਗੀ, ਜਾਂ ਫਿਰ ਸਟਰਲਿੰਗ ਸੀਗੀ। ਠੀਕ ਹੈ,
ਤਾਂ ਹੁਣ ਤਾਂ ਚਲੋ ਪਾਰਟ ਹੈ ਹੀ ਨਹੀਂ, ਬਟ ਜਦੋਂ ਯੂਰਪੀਅਨ ਯੂਨੀਅਨ ਦਾ ਪਾਰਟ ਵੀ ਸੀਗਾ ਤਾਂ ਵੀ ਯੂਕੇ ਦੀ ਆਪਣੀ ਕਰੰਸੀ ਸੀ, ਯੂਕੇ ਨੇ ਕਦੇ ਯੂਰੋ ਕਰੰਸੀ ਯੂਜ਼ ਨਹੀਂ ਕੀਤੀ ਹੈਗੀ, ਠੀਕ ਹੈ। ਤਾਂ ਹਾਂ, ਫਰਾਂਸ ਜਿਹੜਾ ਹੈਗਾ ਯੂਰੋ ਦਾ ਪਾਰਟ ਹੈਗਾ, ਠੀਕ ਹੈ। ਫਰਾਂਸ ਦੇ ਵਿੱਚ ਯੂਰੋ ਹੀ ਕਰੰਸੀ ਚੱਲਦੀ ਹੈ। DDT ਕੀ ਹੈ ਰਾਜੇ, ਆਪਾਂ ਨੂੰ ਨਿਊਜ਼ ਦੇ ਵਿੱਚ ਅਕਸਰ ਪੜ੍ਹਦੇ ਆਪਾਂ, ਠੀਕ ਹੈ। ਹੁਣ ਇਹਦੀ ਫੁੱਲ ਫਾਰਮ ਦੀ ਆਪਾਂ ਨੂੰ ਲੋੜ ਨਹੀਂ ਹੈਗੀ, ਕਿਉਂਕਿ DDT ਦੇ ਨਾਮ ਨਾਲ ਹੀ ਆਪਾਂ ਜਾਣਦੇ ਹਾਂ ਇਸ ਚੀਜ਼ ਨੂੰ, ਠੀਕ ਹੈ। ਤਾਂ ਡੈਫੀਨੇਟਲੀ ਰਾਜੇ ਇਹ ਇੱਕ ਇਨਸੈਕਟੀਸਾਈਡ ਹੈਗਾ, ਠੀਕ ਹੈ। DDT ਨੂੰ ਅਸੀਂ ਇੱਕ ਐਜ਼ ਐਨ ਇਨਸੈਕਟੀਸਾਈਡ ਯੂਜ਼ ਕਰਦੇ ਹਾਂ ਆਪਣੇ ਖੇਤਾਂ ਦੇ ਵਿੱਚ, ਠੀਕ ਹੈ, ਇਨਸੈਕਟੀਸਾਈਡ ਦੇ ਤੌਰ 'ਤੇ। ਤਾਂ ਕੁਛ ਇਹਦੇ ਹੈਲਥ ਇਫੈਕਟਸ ਵੀ ਆਪਾਂ ਨੂੰ ਜਿਹੜੇ ਹਿਊਮਨ ਦੇ ਵਿੱਚ ਦੇਖਣ ਨੂੰ ਮਿਲਦੇ ਨੇ, ਤਾਂ ਹੀ ਇਹ ਜ਼ਿਆਦਾਤਰ ਤਾਂ ਨਿਊਜ਼ ਦੇ ਵਿੱਚ ਰਹਿੰਦਾ ਹੈਗਾ, ਠੀਕ ਹੈ। ਤਾਂ ਇਨਸੈਕਟੀਸਾਈਡ ਹੈਗਾ ਆਪਣਾ ਇੱਕ DDT। ਚਲੋ, ਵਿਚ ਦ ਫੋਲੋਇੰਗ ਇੰਡੀਅਨ ਸਟੇਟਸ ਹੈਜ਼ ਦਾ ਲੌਂਗੈਸਟ ਕੋਸਟ ਲਾਈਨ, ਕਿਹੜੀ ਇੰਡੀਅਨ ਸਟੇਟ ਦੀ ਰਾਜੇ ਸਭ ਤੋਂ ਵੱਡੀ ਜਿਹੜੀ ਕੋਸਟ ਲਾਈਨ ਹੈ, ਠੀਕ ਹੈ। ਜੇ ਆਪਾਂ ਟੋਟਲ ਕੋਸਟ ਲਾਈਨ ਦੀ ਗੱਲ ਕਰੀਏ ਰਾਜੇ ਇੰਡੀਆ ਦੀ, ਤਾਂ ਆਲਮੋਸਟ 7500 ਕਿਲੋਮੀਟਰ ਦੀ ਹੈ ਰਾਜੇ ਟੋਟਲ, ਠੀਕ ਹੈ। ਇੱਥੋਂ ਤੋਂ ਲੈ ਕੇ ਗੁਜਰਾਤ ਤੋਂ ਲੈ ਕੇ ਜਿਹੜਾ ਆਪਣਾ ਵੈਸਟ ਬੰਗਾਲ ਤੱਕ ਕਿਤੇ ਵੀ ਜਾਊਗਾ, ਤਾਂ 7500 ਕਿਲੋਮੀਟਰ ਦੀ ਟੋਟਲ ਆਪਣੀ ਕੋਸਟ ਲਾਈਨ ਹੈਗੀ ਹੈ, ਠੀਕ ਹੈ। ਤਾਂ ਪੁੱਛ ਰਹੇ ਕਿਹੜੀ ਸਟੇਟ ਦੀ ਰਾਜੇ ਜਿਹੜੀ ਆਪਣੀ ਮੈਕਸਿਮਮ ਸਭ ਤੋਂ ਵੱਡੀ ਕੋਸਟ ਲਾਈਨ ਹੈ, ਠੀਕ ਹੈ। ਤਾਂ ਰਾਜੇ ਗੁਜਰਾਤ ਦੀ ਸਭ ਤੋਂ ਵੱਡੀ ਕੋਸਟ ਲਾਈਨ ਹੈ। ਦੇਖੋ ਰੀਜ਼ਨ ਕੀ ਹੈ ਰਾਜੇ, ਅਗੇਨ, ਠੀਕ ਹੈ, ਗੁਜਰਾਤ ਦੀ ਜਿਹੜੀ ਕੀ ਹੈ ਫਾਰਮੇਸ਼ਨ, ਦੇਖੋ ਇੱਥੇ ਵੀ ਪਾਣੀ ਲੱਗ ਰਿਹਾ, ਠੀਕ ਹੈ, ਸਾਰੇ ਕਿਤੇ ਪਾਣੀ ਲੱਗ ਰਿਹਾ, ਅਤੇ ਕਾਫੀ ਵੱਡੀ ਜਿਹੜੀ ਕੋਸਟ ਲਾਈਨ ਹੈ ਗੁਜਰਾਤ ਦੀ ਹੈਗੀ ਹੈ, ਠੀਕ ਹੈ। ਇੱਥੇ ਵੀ ਹੈਗਾ, ਤਾਂ ਇੰਨੀ ਵੱਡੀ ਕੋਸਟ ਲਾਈਨ ਹੈ, ਤਾਂ ਡੈਫੀਨੇਟਲੀ ਆਨਸਰ ਆਪਣਾ B ਗੁਜਰਾਤ ਆਏਗਾ, ਠੀਕ ਹੈ। ਸਟੇਟਸ ਦੇ ਵਿੱਚੋਂ ਕੋਸਟ ਲਾਈਨ ਦਾ, ਠੀਕ ਹੈ, ਟੋਟਲ ਆਪਾਂ ਨੇ ਦੱਸਦਾ ਕਿ 7500 ਕਿਲੋਮੀਟਰ ਟੋਟਲ ਹੈਗੀ ਹੈ, ਠੀਕ ਹੈ। ਬਾਕੀ ਸਾਰੀਆਂ ਸਟੇਟਸ ਵੀ ਦੇਖ ਲੈਣਾ ਰਾਜੇ। ਇਹ ਰਾਜੇ ਉੱਦਾਂ ਹੀ ਹੈਗਾ ਜਿਵੇਂ ਆਪ ਦੇਖੋ ਆਪਾਂ ਲੈਂਡ ਬਾਊਂਡਰੀ ਦੀ ਗੱਲ ਕਰਦੇ ਹਾਂ ਵੀ ਇੰਡੀਆ ਦੀ ਬਾਊਂਡਰੀ ਕਿਹੜੇ ਦੇਸ਼ ਨਾਲ ਸਭ ਤੋਂ ਵੱਡੀ ਹੈਗੀ ਹੈ, ਤਾਂ ਆਪਾਂ ਬੰਗਲਾਦੇਸ਼ ਆਪਣਾ ਆਨਸਰ ਆਉਂਦਾ ਹੁੰਦਾ ਹੈਗਾ, ਠੀਕ ਹੈ। ਕਿਉਂਕਿ ਦੇਖੋ ਕਿੰਨਾ ਰੀਜਨ ਲੱਗ ਰਿਹਾ ਆਪਣਾ, ਆਹ ਸਾਰਾ ਰੀਜਨ ਆਪਣਾ ਬੰਗਲਾਦੇਸ਼ ਦੇ ਨਾਲ ਲੱਗਦਾ ਹੈਗਾ, ਠੀਕ ਹੈ। ਤਾਂ ਇਸੇ ਤਰ੍ਹਾਂ ਗੁਜਰਾਤ ਦਾ ਜਿਹੜਾ ਕੀ ਹੈ ਸਾਰਾ ਖਾਸ ਮਤਲਬ ਕਾਫੀ ਜਿਹੜੇ ਕੀ ਹੈ ਬੈਂਡ ਹੋ ਕੇ ਲੱਗਦਾ ਹੈਗਾ, ਇਸੇ ਕਰਕੇ ਕੋਸਟ ਲਾਈਨ ਵੱਧ ਜਾਂਦੀ ਹੈ, ਜਿਵੇਂ ਕਿ ਬੰਗਲਾਦੇਸ਼ ਦਾ ਬਾਰਡਰ ਵੱਧਦਾ ਹੈ। ਜੇ ਕੋਈ ਤੁਹਾਨੂੰ ਕੁਐਸਚਨ ਆਵੇ ਰਾਜੇ ਕਿ ਇੰਡੀਆ ਦੀ ਸਭ ਤੋਂ ਵੱਡੀ ਜਿਹੜੀ ਬਾਰਡਰ ਲਾਈਨ ਕਿਹਦੇ ਨਾਲ ਹੈ, ਤਾਂ ਆਪਣੀ ਉਹ ਬੰਗਲਾਦੇਸ਼ ਦੇ ਨਾਲ ਹੈਗੀ ਹੈ, ਠੀਕ ਹੈ। ਇੰਡੀਆ ਬੰਗਲਾਦੇਸ਼ ਬਾਰਡਰ ਸਭ ਤੋਂ ਲੈਂਦੀਐਸਟ ਹੈਗਾ, ਸਭ ਤੋਂ ਲੌਂਗੈਸਟ ਹੈਗਾ, ਠੀਕ ਹੈ। ਗੁਜਰਾਤ ਤੋਂ ਇਲਾਵਾ ਰਾਜੇ ਹੋਰ ਕਿਹੜੇ ਸਟੇਟਸ ਨੇਗੀਆਂ, ਦੇਖੋ ਜੇ ਆਪਾਂ ਗੱਲ ਕਰੀਏ ਇਕੱਲੀ ਸਟੇਟਸ ਦੀ, ਤਾਂ ਗੁਜਰਾਤ ਦੀ ਕੋਸਟ ਲਾਈਨ ਸਭ ਤੋਂ ਜ਼ਿਆਦਾ ਹੈਗੀ ਹੈ। ਜੇ ਆਪਾਂ UTs ਨੂੰ ਵੀ ਮਿਲਾ ਲੈਂਦੇ ਹਾਂ, ਤਾਂ ਸਭ ਤੋਂ ਜਿਹੜੀ ਵੱਡੀ ਕੋਸਟ ਲਾਈਨ ਹੈ ਉਹ ਅੰਡੇਮਾਨ ਐਂਡ ਨਿਕੋਬਾਰ ਦੀ ਹੈਗੀ ਹੈ, ਜਿਹੜੀ ਕਿ ਇੱਧਰ ਆਪਣੇ ਟੁਕੜੇ ਨੇਗੇ, ਠੀਕ ਹੈ। 500 ਤੋਂ ਜ਼ਿਆਦਾ ਆਈਲੈਂਡਸ, ਗਰੁੱਪ ਆਫ ਆਈਲੈਂਡਸ ਨੇਗੇ ਅੰਡੇਮਾਨ ਨਿਕੋਬਾਰ ਦੇ ਵਿੱਚ, ਤਾਂ ਉਹਨਾਂ ਦੀ ਕੋਸਟ ਲਾਈਨ ਓਬਵੀਅਸਲੀ ਸਭ ਤੋਂ ਜ਼ਿਆਦਾ ਹੈਗੀ ਹੈ। ਬਟ ਜੇ ਇਕੱਲੇ ਸਟੇਟਸ ਦੀ ਗੱਲ ਕਰੀਏ ਤਾਂ ਗੁਜਰਾਤ ਹੀ ਆਊਗਾ, ਠੀਕ ਹੈ। ਹੁਣ ਇੱਥੇ ਆਪਣੇ ਕੋਲ ਆਪਸ਼ਨ ਦੇ ਵਿੱਚ ਗੁਜਰਾਤ ਹੀ ਸੀਗਾ, ਅੰਡੇਮਾਨ ਨਿਕੋਬਾਰ ਨਹੀਂ ਸੀ, ਤਾਂ ਆਪਣਾ ਆਨਸਰ ਗੁਜਰਾਤ ਹੀ ਆਉਣਾ ਸੀਗਾ, ਠੀਕ ਹੈ। ਗੁਜਰਾਤ ਤੋਂ ਬਾਅਦ ਰਾਜੇ ਹੋਰ ਕਿਹੜੀ ਸਟੇਟਸ ਨੇਗੀਆਂ, ਜੇ ਆਪਾਂ ਥੋੜ੍ਹਾ ਜਿਹਾ ਮੈਪ ਦੇਖੀਏ, ਦੇਖੋ ਗੁਜਰਾਤ ਹੋ ਗਿਆ ਇੱਧਰ, ਠੀਕ ਹੈ, 1 ਨੰਬਰ 'ਤੇ। ਸੈਕਿੰਡ ਨੰਬਰ 'ਤੇ ਕਿਹੜਾ ਰਾਜੇ, ਆਂਧਰਾ, ਠੀਕ ਹੈ। ਸੈਕਿੰਡ ਨੰਬਰ 'ਤੇ ਆਂਧਰਾ ਆ ਗਿਆ। ਥਰਡ ਨੰਬਰ 'ਤੇ ਤਮਿਲਨਾਡੂ ਆ ਗਿਆ, ਠੀਕ ਹੈ। ਫੋਰਥ ਨੰਬਰ 'ਤੇ ਆਪਣੇ ਕੋਲ ਆ ਗਿਆ ਰਾਜੇ ਮਹਾਰਾਸ਼ਟਰ, ਠੀਕ ਹੈ। ਫਿਫਥ ਨੰਬਰ 'ਤੇ ਆਪਣੇ ਕੋਲ ਕੇਰਲ ਆ ਗਿਆ। ਤਾਂ ਤੁਸੀਂ ਇੱਦਾਂ ਵੀ ਯਾਦ ਰੱਖ ਸਕਦੇ ਹੋ ਵੀ ਫਸਟ ਲੈਫਟ ਸਾਈਡ 'ਤੇ, ਫਿਰ 2 ਵਾਰੀ ਰਾਈਟ ਹੈਂਡ ਸਾਈਡ 'ਤੇ, ਫਿਰ 2 ਵਾਰੀ ਫਿਰ ਲੈਫਟ ਹੈਂਡ ਸਾਈਡ 'ਤੇ, ਠੀਕ ਹੈ। ਤਾਂ ਕੋਈ ਨਾ ਕੋਈ ਪੈਟਰਨ ਬਣਾ ਕੇ ਯਾਦ ਕਰ ਲਓ। ਤਾਂ ਪਹਿਲੇ 5 ਤੁਸੀਂ ਅੱਛੀ ਗੱਲ ਅਗਰ ਯਾਦ ਕਰ ਲਓ, ਠੀਕ ਹੈ। ਲੈਂਥ ਯਾਦ ਕਰਨ ਦੀ ਲੋੜ ਨਹੀਂ ਹੈਗੀ, ਬਟ ਪਹਿਲੇ 5 ਯਾਦ ਕਰ ਲਓ ਵੀ ਗੁਜਰਾਤ, ਫਿਰ ਆਂਧਰਾ, ਫਿਰ ਤਮਿਲਨਾਡੂ, ਫਿਰ ਮਹਾਰਾਸ਼ਟਰ, ਫਿਰ ਕੇਰਲ, ਠੀਕ ਹੈ। ਤਾਂ ਇਹ ਚੀਜ਼ ਨੂੰ ਯਾਦ ਕਰਨ ਦੀ ਥੋੜ੍ਹੀ ਜਿਹੀ ਕੋਸ਼ਿਸ਼ ਕਰ ਲਓ, ਠੀਕ ਹੈ। ਗੁਜਰਾਤ ਦਾ ਯਾਦ ਹੋਣਾ ਹੀ ਹੋਣਾ ਚਾਹੀਦਾ ਓਬਵੀਅਸਲੀ। ਚਲੋ, ਵਿਚ ਇਜ਼ ਹਾਈਐਸਟ ਗੈਲੈਂਟਰੀ ਅਵਾਰਡ, ਗੈਲੈਂਟਰੀ ਮਤਲਬ ਬਹਾਦਰੀ ਰਾਜੇ, ਕਿ ਸਭ ਤੋਂ ਵੱਡਾ ਜਿਹੜਾ ਆਪਣੇ ਦੇਸ਼ ਦੇ ਵਿੱਚ ਬਹਾਦਰੀ ਦਾ ਅਵਾਰਡ ਕਿਹੜਾ ਰਾਜੇ। ਬੇਸਿਕਲੀ ਰਾਜੇ ਆਰਮਡ ਫੋਰਸਿਸ ਦੀ ਗੱਲ ਕਰ ਰਿਹਾ, ਸਿਵੀਲੀਅਨ ਦੀ ਗੱਲ ਨਹੀਂ ਕਰ ਰਿਹਾ, ਸਿਵੀਲੀਅਨ ਦੀ ਕੋਈ ਇੱਦੀ ਬਹਾਦਰੀ ਵਾਲਾ ਅਵਾਰਡ ਨਹੀਂ, ਬਟ ਆਰਮਡ ਫੋਰਸਿਸ ਦੀ ਜਿਹੜੀ ਬਹਾਦਰੀ ਦਾ ਅਵਾਰਡ ਦੀ ਗੱਲ ਕਰ ਰਿਹਾ। ਤਾਂ ਇਹਦਾ ਆਨਸਰ ਹੈਗਾ ਰਾਜੇ PVC, ਪਰਮਵੀਰ ਚੱਕਰ, ਠੀਕ ਹੈ। PVC ਵੀ ਆਪਾਂ ਕਹਿ ਦਿੰਦੇ ਹੁੰਦੇ ਇਨ ਜਨਰਲ। ਤਾਂ ਪਰਮਵੀਰ ਚੱਕਰ ਜਿਹੜਾ ਹੈਗਾ ਆਪਣੇ ਦੇਸ਼ ਦੇ ਵਿੱਚ ਹਾਈਐਸਟ ਗੈਲੈਂਟਰੀ ਅਵਾਰਡ ਆ ਰਾਜੇ, ਠੀਕ ਹੈ। ਜੇ ਗੱਲ ਕਰੀਏ ਰਾਜੇ ਅਸ਼ੋਕ ਚੱਕਰ ਦੀ, ਤਾਂ ਅਸ਼ੋਕ ਚੱਕਰ ਰਾਜੇ ਆਪਣੇ ਕੋਲ ਹਾਈਐਸਟ ਗੈਲੈਂਟਰੀ ਅਵਾਰਡ ਇਨ ਪੀਸ ਟਾਈਮ ਦੀ ਗੱਲ ਕਰਦੇ ਆਪਾਂ, ਠੀਕ ਹੈ। ਇਹ ਵੀ ਆਰਮਡ ਫੋਰਸਿਸ ਵਾਸਤੇ ਹੀ ਹੈ, ਬਟ ਇਹ ਪੀਸ ਟਾਈਮ ਦੇ ਵਿੱਚ ਹੈਗਾ। ਅਤੇ ਅਗਰ ਰਾਜੇ ਪੀਸ ਟਾਈਮ ਮੈਂਸ਼ਨ ਨਹੀਂ ਕੀਤਾ ਤਾਂ ਆਪਾਂ PVC ਆਨਸਰ ਕਰਾਂਗੇ। ਅਗਰ ਸਪੈਸੀਫਿਕਲੀ ਮੈਂਸ਼ਨ ਕੀਤਾ ਹੈ ਕਿ ਹਾਈਐਸਟ ਗੈਲੈਂਟਰੀ ਅਵਾਰਡ ਡਿਊਰਿੰਗ ਪੀਸ ਟਾਈਮ, ਤਾਂ ਆਪਾਂ ਕਹਾਂਗੇ ਅਸ਼ੋਕ ਚੱਕਰ। ਅਗਰ ਪੀਸ ਟਾਈਮ ਨਹੀਂ ਲਿਖਿਆ, ਇਨ ਜਨਰਲ ਲਿਖਿਆ ਹਾਈਐਸਟ ਗੈਲੈਂਟਰੀ, ਤਾਂ ਆਪਾਂ ਆਨਸਰ ਕਰਾਂਗੇ PVC, ਠੀਕ ਹੈ ਜੀ, ਇਹ ਧਿਆਨ ਰੱਖਣਾ। ਸਤੀ ਸਿਸਟਮ ਵਾਜ਼ ਅਬੋਲਿਸ਼ਡ ਬਾਈ, ਈਜ਼ੀ ਕੁਐਸਚਨ ਹੈਗਾ ਰਾਜੇ, ਠੀਕ ਹੈ। ਸਤੀ ਸਿਸਟਮ ਆਪਣੇ ਦੇਸ਼ ਦੇ ਵਿੱਚ ਸਤੀ ਪ੍ਰਥਾ ਦੀ ਜਿਹੜੀ ਮਾਨਤਾ ਸੀਗੀ, ਬਟ 1829 ਦੇ ਵਿੱਚ ਜਿਹੜਾ ਕਿ ਇਹ ਸਤੀ ਪ੍ਰਥਾ ਸਾਡੀ ਅਬੋਲਿਸ਼ ਕਰ ਦਿੱਤੀ ਗਈ ਸੀ, ਠੀਕ ਹੈ। ਕੌਣ ਸੀ ਗਵਰਨਰ ਜਨਰਲ ਰਾਜੇ ਇਸ ਟਾਈਮ 'ਤੇ, ਆਪਣਾ ਲਾਰਡ ਵਿਲੀਅਮ ਬੈਂਟਿਕ ਸੀਗੇ ਜਿਹੜੇ ਆਪਣੇ ਇੱਥੇ ਗਵਰਨਰ ਜਨਰਲ ਸੀ। ਕੀ ਸੀ ਟਾਈਮ ਪੀਰੀਅਡ ਇਹਨਾਂ ਦਾ, 1828 ਤੋਂ ਲੈ ਕੇ 1835, ਇਹ ਟਾਈਮ ਪੀਰੀਅਡ ਸੀ ਰਾਜੇ। ਤਾਂ ਡੈਫੀਨੇਟਲੀ ਦੇਖੋ ਇਹਦੇ ਵਿੱਚ ਆਨਸਰ ਨਹੀਂ ਹੈਗਾ, ਤਾਂ ਆਨਸਰ ਆਏਗਾ ਦਾ ਨਨ ਆਫ ਦੀਸ, ਠੀਕ ਹੈ। ਕਿਉਂਕਿ ਸਤੀ ਪ੍ਰਥਾ ਜਿਹੜੀ ਕੀਤੀ ਸੀ ਰਾਜੇ ਲਾਰਡ ਬੈਂਟਿਕ ਨੇ ਅਬੋਲਿਸ਼ ਕੀਤੀ ਸੀ 1829 ਦੇ ਵਿੱਚ, ਐਕਟ ਲੈ ਕੇ ਆਏ ਸੀਗੇ, ਠੀਕ ਹੈ।
किहदी कंट्रीब्यूशन सी राजे? राजा राम मोहन राय की बहुत वड्डी कंट्रीब्यूशन सी। इन्होंने काफ़ी प्रैशराइज किया सरकार को यह एक्ट लैके आने वास्ते, ठीक है। विलियम बेंटिक बारे होर देख लें राजे। विलियम बेंटिक वॉज द फर्स्ट गवर्नर जनरल ऑफ इंडिया, ठीक है। तुहानूं पता राजे 1833 ਦੇ एक्ट ਦੇ ਨਾਲ, चार्टर एक्ट ऑफ 1833 ਜਿਹੜਾ ਆਪਣੇ ਕੋਲ ਆਇਆ है, इस एक्ट ਦੇ ਨਾਲ राजे ਜਿਹੜਾ अपना गवर्नर जनरल ऑफ बंगाल की पोस्ट सी ਉਹਨੂੰ गवर्नर जनरल ऑफ इंडिया की पोस्ट बनाता सीगा, ठीक है। ਤਾਂ क्योंकि इस एक्ट के दौरान ਜਿਹੜੇ अपने गवर्नर जनरल बेंटिक ही ਸੀਗੇ, ਤਾਂ बेंटिक वॉज द फर्स्ट गवर्नर जनरल ऑफ इंडिया। बहुत इंपॉर्टेंट है ये, ठीक है जी। चलो, विच द फॉलोइंग गैसिज मेक्स द मेजर पोर्शन ऑफ एयर? इन्हां दे विचों राजे एयर दा, अपनी जे पूरी एयर हैगी है, तो किहड़ी एयर किहड़ा जिहड़ी गैस है राजे सब तो ज़्यादा पोर्शन अपने कवर करती है? तो आंसर ईजी है राजे, नाइट्रोजन। आपां नूं पता है मोर दैन जिहड़ा कि है ऑलमोस्ट 80% जिहड़ी हैगी है नाइट्रोजन ही हैगी अपने पूरे पूरे एटमोसफेयर दे विच, ठीक है। आंसर अपना बिल्कुल नाइट्रोजन ही आऊगा, ठीक है। तो ऑलमोस्ट 78% हैगी है नाइट्रोजन। उस तो बाद दूजे नंबर पर आऊगी अपने कोल ऑक्सीजन, ठीक है, नाइट्रोजन दैन ऑक्सीजन। दैन थर्ड नंबर पर राजे आर्गन हैगी है, जिहड़ी कि 1% तो भी घट हैगी ऑलमोस्ट, ठीक है, 1% के नेड़े तेड़े हैगी है। फोर्थ नंबर पर अपने को आऊगा राजे कार्बन डाइऑक्साइड, जिन्हों की ज़्यादातर बुक्स के 0.03 लिखा होएगा, ठीक है। तो दोनों ही ठीक ने, बेसिकली ज़्यादा ठीक है वैसे 0.03 वाला ही है, ठीक है। 0.03% जोड़े अपनी कार्बन डाइऑक्साइड है। तो पहले चार जरूर याद होने चाहिए राजे, नाइट्रोजन, ऑक्सीजन, आर्गन तो कार्बन डाइऑक्साइड, ठीक है। चलो, ये राजे मतलब की है गैसिज का प्रपोर्शन अपने एटमोसफेयर के। आई होप राजे लास्ट क्वेश्चन है अज का, ठीक है। विच द फॉलोइंग इज़ अ गुड कंडक्टर ऑफ इलैक्ट्रिसिटी? इन्होंने सब के राजे इलैक्ट्रिसिटी का गुड कंडक्टर कौन है राजे, ठीक है। हाँ, तुम आंसर करने की कोशिश करनी है, मैं थोड़ी जी इन्फॉर्मेशन देता उन्ने तक। PVC, ग्लास, रबर, ग्रेफाइट, ये कोई भी नहीं इन्होंने विचों। तो तुम सोचो राजे थोड़ी देर, ठीक है। बाकी आप ये सारा डायग्राम डिस्कस करांगे कि एक्चुअल की चीज़ हैगी है, ठीक है। तो थोनों राजे इन्फॉर्मेशन यही देनी है कि पंजाब पुलिस सब इंस्पैक्टर का जोड़ा कि नवा बैच स्टार्ट हो रहा है, ठीक है। 5 जुलाई तो जोड़े बैचिस ने नवे स्टार्ट हो रहे हैं, जोड़े कि सब इंस्पैक्टर वास्ते, कॉन्स्टेबल वास्ते, ठीक है। ये सब सारे जोड़े की ने ये बैच स्टार्ट हो रहे हैं राजे 5 जुलाई तो, ठीक है। अगर तुम राजे कोई भी इन्फॉर्मेशन लैनी बैच बारे या वैसे भी कोई इन्फॉर्मेशन लैनी है तो नीचे दिए गए नंबर पर तुम कॉल कर सकते हो 9551500041, ठीक है। नीचे नंबर लिखा हुआ राजे। ऑल पंजाब एग्जाम का बैच चल रहा राजे, CTET के बैच चल रहे हैं, PS TET के बैच, कॉन्स्टेबल के, सब इंस्पैक्टर के, ठीक है। जोड़े मर्जी एग्जाम की प्रिपरेशन करो, सारे बैचेस चल रहे हैं। तो नीचे दिए गए नंबर पर कॉल कर सकते हो, ठीक है। हुण गल करिए राजे इस क्वेश्चन की, ठीक है। हुण इस क्वेश्चन के है राजे विच द फॉलोइंग इज़ अ गुड कंडक्टर ऑफ इलैक्ट्रिसिटी, ये पूछ रहे हैं आप, ठीक है। तो यह आंसर आएगा राजे ग्रेफाइट। ग्रेफाइट इज़ अ गुड कंडक्टर ऑफ इलैक्ट्रिसिटी राजे, ठीक है। तो यह आंसर डेफिनेटली ग्रेफाइट आऊगा। हुण आप देखते हैं राजे की रीजन की है, ये सारा आप केमिस्ट्री के जाने की रीजन है जोड़ा की है ग्रेफाइट है एक गुड कंडक्टर ऑफ इलैक्ट्रिसिटी है, वो रीजन देखते हैं आप। तो देखो पहली गल तो गुड कंडक्टर इलैक्ट्रिसिटी का मतलब की है भी ये इलैक्ट्रिसिटी पास करती है, ठीक है। हुण पेंसिल का जो सिक्का होंगे राजे ग्रेफाइट ही होंगे, आपको पता है। तो ग्रेफाइट के विचों जी इलैक्ट्रिसिटी पास हो रही है, बल्ब अपना ग्लो कर रहा है, ठीक है। हुण केमिस्ट्री के चलिए राजे, देखो डायमंड भी तो ग्रेफाइट भी दोनों बनते हैं कार्बन तो, बट डायमंड जोड़ा कंडक्टर नहीं है, डायमंड कंडक्टर इलैक्ट्रिसिटी का ही नहीं है, ग्रेफाइट है। हुण ये देखना भी क्यों, डायमंड भी कार्बन तो बनया, ग्रेफाइट भी कार्बन तो बनया, ठीक है। अगर राजे तुहानूं थोड़ी बहुत केमिस्ट्री याद हैगी है तो अपना जिमें CH4 है की हुंदा राजे, ये मीथेन हुंदी हैगी। CH4 मतलब की है कार्बन को 4 इलैक्ट्रॉन फ्री होंगे ने जोड़े कि डिफरेंट एलीमेंट्स होर दूसरे एटम्स मिल सकता है, ठीक है। तो 4 खाली होंगे ने, जे मान लो CH3 होंदा, ठीक है, मतलब 3 H ने, ठीक है। तो चौथा इलैक्ट्रॉन ये खाली होना सीगा। जे मान लो उरे आप OH लगाता, एल्कोहल ग्रुप लगाता, तो की बन जूगा राजे इथेनॉल बन जूगा, ठीक है, या मिथेनॉल बन जूगा, सॉरी मिथेनॉल, ठीक है, ठीक है जी। CH3OH मिथेनॉल बन जूगा ये। तो मतलब की है कार्बन हमेशा 4 जगह तो कवर होना पऊगा फिर ही बराबर होगा, ठीक है। हुण जे आपां गल करिए डायमंड की, तो डायमंड के यही चीज़ हो रही है, एक कार्बन अगे जाके 4 कार्बन के नाल जुड़िया होएगा, 1 2 3 4, हर कार्बन का जोड़ा एटम है राजे अगे 4 एटम्स के नाल जुड़िया हुआ कार्बन के नाल, ठीक है। यह है डायमंड के। बट ग्रेफाइट के आप देखिए राजे, ग्रेफाइट के हर कार्बन एटम सिर्फ 3 बारी जुड़िया हुआ, 1 2 3, 1 2 3, कोई भी तुम कार्बन एटम देखो 3 बारी ही जुड़िया हुआ है, ठीक है। ये वाली लाइन नहीं लगानी, ये जस्ट एक फोर्सेज होंगे ने, कोई बॉन्ड नहीं है, बॉन्ड सिर्फ होरिजोनटल वाला ही होंगे, ठीक है। तो हम देखो 1 1 2
3 ਤਾਂ ਹਰ ਕਾਰਬਨ ਐਟਮ 3 ਵਾਰੀ ਹੀ ਜੁੜਿਆ ਹੋਇਆ ਹੈਗਾ। ਇਹਦਾ ਇਹ ਹੋਣ ਨਾਲ ਕੀ ਹੁੰਦਾ ਰਾਜੇ, ਹਰ ਕਾਰਬਨ ਕੋਲੇ ਇੱਕ ਆਪਣਾ ਇਲੈਕਟ੍ਰੋਨ ਫ੍ਰੀ ਪਿਆ ਹੁੰਦਾ ਹੈਗਾ। ਠੀਕ ਹੈ, ਜਿਵੇਂ ਮੈਂ ਗੱਲ ਕਰ ਰਿਹਾ ਸੀਗਾ ਵੀ ਅਗਰ ਦੇਖੋ CH3 ਹੁੰਦਾ, ਇੱਥੇ ਕਾਰਬਨ ਨਹੀਂ ਹੈਗਾ, ਤਾਂ ਇਹਦਾ ਇਲੈਕਟ੍ਰੋਨ ਇੱਥੇ ਫ੍ਰੀ ਪਿਆ ਹੈਗਾ। ਠੀਕ ਹੈ, ਇਲੈਕਟ੍ਰੋਨ ਫ੍ਰੀ ਪਿਆ। ਇਸੇ ਤਰ੍ਹਾਂ ਹਰ ਕਾਰਬਨ ਐਟਮ ਕੋਲ ਇੱਕ ਇਲੈਕਟ੍ਰੋਨ ਫ੍ਰੀ ਪਿਆ ਹੈਗਾ। ਔਰ ਇਹੀ ਫ੍ਰੀ ਇਲੈਕਟ੍ਰੋਨ ਹੋਣ ਦੇ ਕਾਰਨ ਕੀ ਹੈ ਰਾਜੇ, ਆਪਣਾ ਕੀ ਹੈ, ਇਲੈਕਟ੍ਰਿਸਿਟੀ ਕੰਡਕਟ ਕਰਦਾ ਹੈਗਾ। ਇਲੈਕਟ੍ਰਿਸਿਟੀ ਇਹਦੇ ਵਿੱਚੋਂ ਪਾਸ ਹੁੰਦੀ ਹੈਗੀ। ਠੀਕ ਹੈ, ਤੁਹਾਨੂੰ ਪਤਾ ਰਾਜੇ ਜਿਹੜੀ ਬਿਜਲੀ ਦੀ ਕੰਡਕਸ਼ਨ ਹੈਗੀ ਕਿਵੇਂ ਹੁੰਦੀ ਹੈਗੀ, ਇਲੈਕਟ੍ਰੋਨਸ ਦੇ ਨਾਲ ਹੀ ਹੁੰਦੀ ਹੈਗੀ। ਕਿਉਂਕਿ ਗ੍ਰੇਫਾਈਟ ਦੇ ਵਿੱਚ ਕਾਰਬਨ ਕੋਲੇ ਇੱਕ ਇਲੈਕਟ੍ਰੋਨ ਪਿਆ ਹੈਗਾ ਫ੍ਰੀ, ਤਾਂ ਉਹ ਡੈਫੀਨੇਟਲੀ ਇਸੇ ਕਰਕੇ ਉਹ ਕੰਡਕਟ ਕਰਦਾ ਹੈਗਾ। ਡਾਇਮੰਡ ਕੋਲੇ ਕੋਈ ਫ੍ਰੀ ਇਲੈਕਟ੍ਰੋਨ ਨਹੀਂ ਹੈਗਾ, ਤਾਂ ਇਸ ਕਰਕੇ ਕੰਡਕਟ ਨਹੀਂ ਕਰੂਗਾ। ਠੀਕ ਹੈ ਜੀ, ਇਹ ਚੀਜ਼ ਧਿਆਨ ਦੇਣਾ ਹੈਗਾ। ਠੀਕ ਹੈ ਬੱਚੇ, ਦੇਖੋ ਇਹ ਸਾਰਾ ਕੁਝ ਸੀਗਾ। ਹੁਣ ਆਪਣੇ ਇਹਦਾ ਆਨਸਰ ਕਰ ਰਿਹਾ ਡੈਫੀਨੇਟਲੀ ਜਿਹੜਾ ਗ੍ਰੇਫਾਈਟ ਹੈਗਾ ਉਹ ਕੰਡਕਟਰ ਆਫ ਇਲੈਕਟ੍ਰਿਸਿਟੀ ਹੈ। ਇਹ ਸਾਰਾ ਸੀਗਾ ਰਾਜੇ ਆਪਣਾ ਜੀਕੇ ਵਾਲਾ ਪੋਰਸ਼ਨ। ਠੀਕ ਹੈ, ਤੁਹਾਨੂੰ ਦੱਸ ਰਿਹਾ ਮੈਂ ਬੈਚਿਸ ਸਟਾਰਟ ਹੋ ਹੀ ਰਹੇ ਹੈਗੇ। ਆਪਣੇ ਅੱਜ ਦੇ ਸੈਸ਼ਨ ਦੇ ਵਿੱਚ ਆਲਮੋਸਟ ਸਾਰੇ ਸਬਜੈਕਟ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹੀ ਕੋਸ਼ਿਸ਼ ਅੱਗੇ ਵੀ ਰਹੇਗੀ। ਠੀਕ ਹੈ, ਐਟਲੀਸਟ 5-6 ਕਲਾਸਿਸ ਤੁਹਾਨੂੰ ਮਿਲਣਗੀਆਂ ਜਿਹੜੇ ਕਿ ਸਪੈਸੀਫਿਕਲੀ ਸਬ ਇੰਸਪੈਕਟਰ ਨੂੰ ਫੋਕਸ ਕਰਾਂਗੇ ਆਪਾਂ। ਠੀਕ ਹੈ, ਤੁਸੀਂ ਬੈਚ ਜੁਆਇਨ ਕਰਨਾ ਨਹੀਂ ਕਰਨਾ ਡਿਫਰੈਂਟ ਇਸ਼ੂ ਹੈ, ਬਟ ਇਹ ਤੁਸੀਂ MCQ ਜ਼ਰੂਰ ਦੇਖਣੇ ਨੇ, ਕਿਉਂਕਿ ਤੁਹਾਡੇ ਪੰਜਾਬ ਪੁਲਿਸ ਸਬ ਇੰਸਪੈਕਟਰ ਦਾ ਜਿਹੜਾ ਪੇਪਰ ਹੋਣ ਵਾਲਾ ਉਹਦੇ ਵਾਸਤੇ ਕਾਫੀ ਰੈਲੇਵੈਂਟ ਕੁਐਸਚਨ ਹੈਗੇ। ਠੀਕ ਹੈ, ਕੁਐਸਚਨ ਆਪਣੇ ਕੋਲ ਪੂਰੀ ਚਾਂਸਿਸ ਨੇ ਇਹਨਾਂ ਦੇ ਵਿੱਚੋਂ ਆਉਣ ਦੇ। ਠੀਕ ਹੈ, ਤਾਂ ਡੈਫੀਨੇਟਲੀ ਬਣੇ ਰਹਿਣਾ ਰਾਜੇ, ਸਾਰੇ ਵੀਡੀਓ ਜ਼ਰੂਰ ਦੇਖਣੇ ਨੇਗੀਆਂ। ਮਿਲਦਾ ਨੈਕਸਟ ਟਾਈਮ, ਟੇਕ ਕੇਅਰ।